ਮੋਦੀ ਫੈਕਟਰ ਦੇ ਨਾਮ ਦੇ ਉੱਤੇ ਪੂਰੇ ਦੇਸ਼ ਭਰ ਦੇ ਵਿੱਚ ਬੀਜੇਪੀ ਇਲੈਕਸ਼ਨ ਲੜਦੀ ਹੈ। ਆਖਿਰਕਾਰ ਹੁਣ ਪੰਜਾਬ ਆ ਰਹੇ ਨੇ ਇੱਕ ਵਰਚੁਅਲ ਰੈਲੀ ਕਰ ਲਈ। ਪੰਜਾਬ ਦੇ ਵਿੱਚ ਮੋਦੀ ਫੈਕਟਰ ਕੰਮ ਕਰੂਗਾ 2022 ਦੇ ਵਿੱਚ। ਦੁਆਬੇ 'ਚ ਵੱਡੀਆਂ ਰੈਲੀਆਂ ਹੋਈਆਂ, ਰਾਹੁਲ ਗਾਂਧੀ ਵੀ ਆਏ, ਅਰਵਿੰਦ ਕੇਜਰੀਵਾਲ ਵੀ ਆਏ, ਮਾਇਆਵਤੀ ਵੀ ਆ ਕੇ ਗਏ। ਇਸ ਨੂੰ ਕਾਊਂਟਰ ਪੋਲਿਟਿਕਸ ਦੇ ਤੌਰ ਤੇ ਦੇਖਿਆ ਜਾ ਰਿਹਾ ਕਿ ਜਿੱਥੇ ਕਿਤੇ ਪ੍ਰਭਾਵ ਬਣਿਆ ਉਸ ਨੂੰ ਕਾਊਂਟਰ ਕੀਤਾ ਜਾ ਸਕੇ ਮੋਦੀ ਦੇ ਨਾਮ ਤੋਂ। ਕੀ ਇਸ ਤਰ੍ਹਾਂ ਦੀ ਸਟ੍ਰੈਟਜੀ ਵੀ ਹੈਗੀ ਹੈ? ਮੋਦੀ ਸਾਹਿਬ ਦਾ ਆਉਣਾ ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਅਟਰੈਕਸ਼ਨ ਹੈ, ਦੁਨੀਆ ਭਰ ਵਿੱਚ ਅਟਰੈਕਸ਼ਨ ਹੈ। ਜਿੱਥੇ ਕਿਤੇ ਮੋਦੀ ਸਾਹਿਬ ਜਾਂਦੇ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦੇ ਨੇ। ਪੰਜਾਬ ਤਾਂ ਕਰਨਗੇ। ਬੀਜੇਪੀ ਆਪਣਾ ਐਨਾਲਿਸਿਸ ਕਿਵੇਂ ਕਰ ਰਹੀ ਹੈ ਪੰਜਾਬ ਦੇ ਵਿੱਚ? ਪਿਛਲੇ ਦਿਨੀ ਸੁਖਬੀਰ ਬਾਦਲ ਹੋਣਾ ਨੇ ਇੱਕ ਗੱਲ ਕਹੀ ਕਿ ਅਕਾਲੀ ਦਲ ਦੇ ਲੀਡਰ ਬੀਜੇਪੀ 'ਚ ਸ਼ਾਮਲ ਹੋ ਰਹੇ। ਬੀਜੇਪੀ ਕਹਿੰਦੇ ਸਾਰੇ ਲੀਡਰਾਂ ਨੂੰ, ਬਹੁਤ ਸਾਰੇ ਲੀਡਰ ਨੂੰ ਅਪਰੋਚ ਰਹੀ, ਈਵਨ ਪੰਥਕ ਤੱਕ ਵੀ ਅਪਰੋਚ ਕੀਤੀ ਜਾ ਰਹੀ ਹੈ। ਇਸ ਗੱਲ ਦੇ ਵਿੱਚ ਕੀ ਸੱਚਾਈ ਹੈਗੀ? ਅਸੀਂ ਕੋਈ ਕਿਸੇ ਨੂੰ ਅਪਰੋਚ ਨਹੀਂ ਕਰਦੇ, ਕੋਈ ਆਪਣੇ ਆਪ ਆ ਜਾਏ ਤਾਂ ਉਹਨੂੰ ਤਾਂ ਵੈਲਕਮ ਕਰਾਂਗੇ। ਜੇ ਸਾਡੀ ਪਾਰਟੀ ਦੇ ਅਸੂਲਾਂ ਨੂੰ ਕੋਈ ਪ੍ਰਭਾਵਿਤ ਹੁੰਦਾ, ਮੋਦੀ ਸਾਹਿਬ ਦੀ ਪਾਲਿਸੀ ਤੋਂ ਕੋਈ ਪ੍ਰਭਾਵਿਤ ਹੋ ਕੇ ਆਉਣਾ ਚਾਹੁੰਦਾ, ਉਹ ਵੈਲਕਮ ਹੈ। ਅਸੀਂ ਇਹ ਨਹੀਂ ਵੀ ਅਸੀਂ ਅਕਾਲੀ ਦਲ ਦੇ ਮਗਰ ਪਏ, ਸਾਡੇ ਜ਼ਰੂਰ ਆਓ। ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਦੁਬਾਰਾ ਮੈਦਾਨ ਦੇ ਵਿੱਚ ਆਣਾ ਸੁਖਬੀਰ ਸਿੰਘ ਬਾਦਲ ਦੀ ਕਮਜ਼ੋਰ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਜੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਲੱਗਦਾ ਸਾਡੇ ਕਿਸੇ ਕੰਮ ਦੇ ਨਹੀਂ ਰਹੇ, ਇੱਕ ਸਿਟਿੰਗ ਮੁੱਖ ਮੰਤਰੀ ਨੂੰ ਉਠਾ ਕੇ ਬਾਹਰ ਕੱਢ ਦਿੱਤਾ, ਤੇ ਫਿਰ ਬੀਜੇਪੀ ਦੇ ਕਿਸ ਕੰਮ ਦੇ ਨੇ? ਬੀਜੇਪੀ ਨੂੰ ਕੀ ਉਮੀਦ ਹੈ ਕੈਪਟਨ ਅਮਰਿੰਦਰ ਸਿੰਘ ਤੋਂ? ਦੇਖੋ, ਕੈਪਟਨ ਅਮਰਿੰਦਰ ਸਿੰਘ 'ਚ ਕਾਂਗਰਸ ਨੇ ਕਿਹਨਾਂ ਹਾਲਾਤਾਂ 'ਚ ਕੱਢਿਆ, ਉਹਨਾਂ ਦੀ ਆਪਣੀ ਅੰਦਰ ਦੀ ਗੱਲ ਸੀ। ਪਰ ਇੱਕ ਉਹਨਾਂ ਵਿੱਚ ਇੱਕ ਗੱਲ ਜਿਹੜੀ ਵਿਸ਼ੇਸ਼ ਹੈ, ਉਹ ਰਾਸ਼ਟਰਵਾਦ ਦੀ ਗੱਲ ਕਰਦੇ ਨੇ, ਦੇਸ਼ ਦੀ ਅਖੰਡਤਾ ਦੀ ਗੱਲ ਕਰਦੇ ਨੇ। ਇਸ ਕਰਕੇ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ। ਚਰਨਜੀਤ ਚੰਨੀ ਕਹਿੰਦੇ ਮੇਰੇ ਖਿਲਾਫ ਜੋ ਬੀਜੇਪੀ ਇਲੈਕਸ਼ਨ ਲੜ ਰਹੀ ਹੈ, ਕਹਿੰਦੇ ਕੱਲੀ ਬੀਜੇਪੀ ਨਹੀਂ, ਬੀਜੇਪੀ ਦੀਆਂ ਸਾਰੀਆਂ ਏਜੰਸੀਆਂ ਮੇਰੇ ਖਿਲਾਫ ਲੜ ਰਹੀਆਂ ਨੇ। ਬੀਜੇਪੀ ਦੀਆਂ ਏਜੰਸੀਆਂ ਨਹੀਂ, ਉਹਦੇ ਕਰਮ ਜਿਹੜੇ ਕਰ ਰਹੇ ਨੇ 111 ਦਿਨਾਂ 'ਚ ਕੀਤੇ ਨੇ, ਲੋਕਾਂ ਦੇ ਸਾਹਮਣੇ ਆ ਗਏ। ਕੀ ਬੀਜੇਪੀ ਬੰਦੀ ਸਿੱਖਾਂ ਦੀ ਰਿਹਾਈ ਕੱਲ ਨੂੰ ਕਰ ਸਕਦੀ ਹੈ? ਪਲੈਨਿੰਗ ਹੈਗੀ ਹੈ? ਰਾਮ ਰਹੀਮ ਦੀ ਜ਼ਮਾਨਤ ਹੋਈ, ਫਰਲੋ ਦਿੱਤੀ ਗਈ ਰਾਮ ਰਹੀਮ ਨੂੰ, ਉਹਦਾ ਪੰਜਾਬ ਦੀਆਂ ਚੋਣਾਂ ਤੇ ਅਸਰ ਹੋਏਗਾ? ਹਰਿਆਣਾ ਸਰਕਾਰ ਨੇ ਕੀਤਾ ਔਰ ਉਹਦੀਆਂ ਸ਼ਰਤਾਂ ਵੀ ਨੇ। ਉਹ ਕੋਈ ਸਟੇਟਮੈਂਟ ਨਹੀਂ ਦੇਗਾ, ਹਰਿਆਣਾ ਇਸ ਤੋਂ ਬਾਹਰ ਨਹੀਂ ਜਾਏਗਾ। ਤਾਂ ਮੇਰਾ ਖਿਆਲ ਇਹਦੇ ਵਿੱਚ ਬਹੁਤਾ ਇਹਨੂੰ ਪੋਲਿਟਿਕਸ ਨਹੀਂ ਦੇਖਣੀ ਚਾਹੀਦੀ, ਇਹਨੂੰ ਇਲੈਕਸ਼ਨ ਨਾਲ ਜੋੜਨਾ ਮੇਰਾ ਖਿਆਲ ਠੀਕ ਨਹੀਂ ਹੋਏਗਾ। ਪ੍ਰਧਾਨ ਮੰਤਰੀ ਹੁਣ ਪੰਜਾਬ ਦੇ ਵਿੱਚ ਆ ਰਿਹਾ, ਕੀ ਬੀਜੇਪੀ ਦੇ ਲਈ ਮਾਹੌਲ ਬਦਲ ਸਕਦਾ, ਫਿਜ਼ਾ ਬਦਲ ਸਕਦੀ ਪੰਜਾਬ ਦੇ ਵਿੱਚ? ਸਰ ਬਹੁਤ-ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਅਸੀਂ ਪੰਜਾਬ ਚੋਣਾਂ ਨੂੰ ਲੈ ਕੇ ਗੱਲਬਾਤ ਦੀ ਸ਼ੁਰੂਆਤ ਕੁਝ ਸਮੇਂ ਬਾਅਦ ਕਰਾਂਗੇ। ਉਸ ਤੋਂ ਪਹਿਲਾਂ ਦੈਨਿਕ ਸਵੇਰਾ ਮੀਡੀਆ ਨੈਟਵਰਕ ਵੱਲੋਂ, ਦੈਨਿਕ ਸਵੇਰਾ ਨਿਊਜ਼ਪੇਪਰ, ਦੈਨਿਕ ਸਵੇਰਾ ਟੀਵੀ ਤੇ ਦੈਨਿਕ ਸਵੇਰਾ ਕੇਬਲ ਨੈਟਵਰਕ ਵੱਲੋਂ ਦੈਨਿਕ ਸਵੇਰਾ ਦੇ ਚੇਅਰਮੈਨ ਅਤੇ ਐਡੀਟਰ ਇਨ ਚੀਫ ਸ਼੍ਰੀ ਸ਼ੀਤਲ ਵਿਜ ਜੀ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਸਰ ਕਾਈਂਡਲੀ ਮੰਚ ਤੇ ਆਓ ਤੇ ਗੈਸਟ ਨੂੰ ਸਨਮਾਨ ਚਿੰਨ੍ਹ ਭੇਂਟ ਕਰਨ। ਸੋਮ ਪ੍ਰਕਾਸ਼ ਜੀ, ਮੋਦੀ ਫੈਕਟਰ ਦੇ ਨਾਮ ਦੇ ਉੱਤੇ ਪੂਰੇ ਦੇਸ਼ ਭਰ ਦੇ ਵਿੱਚ ਬੀਜੇਪੀ ਇਲੈਕਸ਼ਨ ਲੜਦੀ ਹੈ। ਆਖਿਰਕਾਰ ਹੁਣ ਪੰਜਾਬ ਆ ਰਹੇ ਨੇ ਇੱਕ ਵਰਚੁਅਲ ਰੈਲੀ ਕਰ ਲਈ। ਪੰਜਾਬ ਦੇ ਵਿੱਚ ਮੋਦੀ ਫੈਕਟਰ ਕੰਮ ਕਰੂਗਾ 2022 ਦੇ ਵਿੱਚ, 17 ਦੇ ਵਿੱਚ ਨਹੀਂ ਕੀਤਾ ਸੀ, ਦੇਸ਼ ਭਰ ਦੇ ਵਿੱਚ ਵੇਵ ਸੀ। ਦੇਖੀਏ, ਪਹਿਲੀ ਗੱਲ ਤਾਂ ਤੁਸੀਂ ਕਹਿੰਦੇ ਹਾਸ਼ੀਏ ਤੇ ਗੱਲ, ਹਾਸ਼ੀਏ ਤੇ ਨਹੀਂ। ਪੰਜਾਬ 'ਚ ਬੀਜੇਪੀ ਹਾਸ਼ੀਏ ਤੇ ਕਦੇ ਵੀ ਨਹੀਂ ਗਈ, ਸੈਂਟਰ ਦੇ ਵਿੱਚ ਹੀ ਆ। ਕਿਉਂਕਿ ਅੱਜ ਦੀ ਡੇਟ ਦੀ ਦੇਖੋ, ਜੇ ਕੋਈ ਅਟਰੈਕਸ਼ਨ ਹੈ ਕਿਸੇ ਪਾਰਟੀ 'ਚ ਲੋਕਾਂ ਦੇ ਆਉਣ ਦੀ ਤਾਂ ਬੀਜੇਪੀ ਹੈ। ਬੀਜੇਪੀ 'ਚ ਬਹੁਤ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਲੋਕੀ ਲੜ ਰਹੇ ਨੇ। ਇਸ ਕਰਕੇ ਹਾਸ਼ੀਏ ਤੇ ਨਹੀਂ ਹੈ, ਅਟਰੈਕਸ਼ਨ ਹੈ ਬੀਜੇਪੀ। ਅਟਰੈਕਸ਼ਨ ਹੈ। ਹਾਂਜੀ। ਦੁਆਬੇ ਦੇ ਵਿੱਚੋਂ ਹੀ ਕਿਉਂ ਸ਼ੁਰੂਆਤ ਕੀਤੀ ਜਾ ਰਹੀ ਹੈ? ਦੁਆਬਾ ਖੇਤਰ ਨੂੰ ਕਿਉਂ ਚੁਣਿਆ ਰੈਲੀਆਂ ਦੀ ਸ਼ੁਰੂਆਤ ਦੇ ਲਈ? ਦੇਖੋ, ਕੋਈ ਵੀ ਸ਼ੁਰੂਆਤ ਤਾਂ ਪੰਜਾਬ ਦਾ ਕਿਸੇ ਪਾਰਟ ਤੋਂ ਵੀ ਕੀਤੀ ਜਾ ਸਕਦੀ ਹੈ। ਇਹਨੂੰ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਦੁਆਬੇ ਤੋਂ ਕਿਉਂ ਕੀਤੀ ਹੈ। ਪੰਜਾਬ ਦੇ ਪਹਿਲਾਂ ਲੁਧਿਆਣੇ ਤੋਂ ਵੀ ਕੀਤੀ ਜਾ ਸਕਦੀ ਸੀ, ਹੁਸ਼ਿਆਰਪੁਰ ਤੋਂ ਵੀ ਕੀਤੀ ਜਾ ਸਕਦੀ ਸੀ, ਤੇ ਜਲੰਧਰ ਤੋਂ ਵੀ ਕੀਤੀ ਜਾ ਸਕਦੀ ਹੈ। ਇਸ ਕਰਕੇ ਇਸ ਕਿਤੇ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਔਰ ਅੱਛੀ ਗੱਲ ਹੈ। ਦੁਆਬੇ ਨੂੰ ਇਸ ਕਰਕੇ ਦੇਖਿਆ ਜਾ ਰਿਹਾ ਕਿ ਹਾਲ ਹੀ ਦੇ ਵਿੱਚ ਦੁਆਬੇ 'ਚ ਵੱਡੀਆਂ ਰੈਲੀਆਂ ਹੋਈਆਂ, ਰਾਹੁਲ ਗਾਂਧੀ ਵੀ ਆਏ, ਅਰਵਿੰਦ ਕੇਜਰੀਵਾਲ ਵੀ ਆਏ, ਮਾਇਆਵਤੀ ਵੀ ਆ ਕੇ ਗਏ। ਇਸ ਨੂੰ ਕਾਊਂਟਰ ਪੋਲਿਟਿਕਸ ਦੇ ਤੌਰ ਤੇ ਦੇਖਿਆ ਜਾ ਰਿਹਾ ਕਿ ਜਿੱਥੇ ਕਿਤੇ ਪ੍ਰਭਾਵ ਬਣਿਆ ਉਸ ਨੂੰ ਕਾਊਂਟਰ ਕੀਤਾ ਜਾ ਸਕੇ ਮੋਦੀ ਦੇ ਨਾਮ ਤੋਂ। ਕੀ ਇਸ ਤਰ੍ਹਾਂ ਦੀ ਸਟ੍ਰੈਟਜੀ ਵੀ ਹੈਗੀ ਹੈ? ਤੁਸੀਂ ਥੋੜਾ ਜਿਹਾ ਖੁੱਲ ਕੇ ਜਵਾਬ ਦਿਓ। ਨਹੀਂ, ਕੋਈ ਸਟ੍ਰੈਟਜੀ ਨਹੀਂ ਹੈ। ਅਸੀਂ ਤਾਂ ਇਲੈਕਸ਼ਨ ਦੇ ਤੌਰ ਤੇ ਲੜਨਾ।
ਕਿਸੇ ਪਾਸੋਂ ਵੀ ਸ਼ੁਰੂ ਕਰ ਲਓ। ਇਲੈਕਸ਼ਨ ਦਾ ਹਰ ਇੱਕ ਕੌਂਸਟੀਟੈਂਸੀ ਸਾਡੇ ਲਈ ਇੰਪੋਰਟੈਂਟ ਹੈ, ਚਾਹੇ ਦੁਆਬਾ ਹੈ, ਚਾਹੇ ਮਾਲਵਾ ਹੈ, ਚਾਹੇ ਮੱਝ ਹੈ। ਉੱਥੇ ਸਾਰੇ ਕੈਂਡੀਡੇਟ ਅਸੀਂ ਸਟਰੋਂਗ ਖੜੇ ਕੀਤੇ ਨੇ। ਔਰ ਮੋਦੀ ਸਾਹਿਬ ਦਾ ਆਉਣਾ ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਅਟਰੈਕਸ਼ਨ ਹੈ, ਦੁਨੀਆ ਭਰ ਵਿੱਚ ਅਟਰੈਕਸ਼ਨ ਹੈ। ਜਿੱਥੇ ਕਿਤੇ ਮੋਦੀ ਸਾਹਿਬ ਜਾਂਦੇ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦੇ ਨੇ, ਪੰਜਾਬ ਤਾਂ ਕਰਨਗੇ ਹੀ। ਇਸ ਕਰਕੇ ਜਦੋਂ ਆਉਣਗੇ ਬਹੁਤ ਵੱਡਾ ਪ੍ਰਭਾਵ ਉਹਦਾ ਪਏਗਾ ਔਰ ਸਾਡੇ ਲੋਕਾਂ ਨੂੰ ਇੱਕ ਨਵੀਂ ਊਰਜਾ ਮਿਲੇਗੀ, ਨਵੀਂ ਸ਼ਕਤੀ ਮਿਲੇਗੀ। ਸੋਮ ਪ੍ਰਕਾਸ਼ ਜੀ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ 2017 ਦੇ ਵਿੱਚ ਇੱਕ ਜ਼ਬਰਦਸਤ ਵੇਵ ਸੀਗੀ ਦੇਸ਼ ਭਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਨੂੰ ਲੈ ਕੇ। ਜਿੰਨੀ ਵੀ ਸਟੇਟਸ ਦੇ ਵਿੱਚ ਇਲੈਕਸ਼ਨ ਲੜੇ, ਪੀਐਮ ਮੋਦੀ ਦੇ ਨਾਮ ਤੇ ਇਲੈਕਸ਼ਨ ਲੜੇਗੇ। ਬੀਜੇਪੀ ਇਸੇ ਤਰ੍ਹਾਂ ਲੜਦੀ ਹੈ। ਪਰ ਉਸ ਸਮੇਂ ਵੀ ਪੰਜਾਬ ਦੇ ਵਿੱਚ ਆ ਕੇ ਕਿਹਾ ਗਿਆ ਕਿ ਵਿਜੇ ਰੱਥ ਜਿਹੜਾ ਉਹ ਪੰਜਾਬ ਦੇ ਵਿੱਚ ਰੋਕ ਲਿਆ ਕੈਪਟਨ ਅਮਰਿੰਦਰ ਸਿੰਘ ਨੇ। ਮਹਾਰਾਸ਼ਟਰ ਤੋਂ ਬਾਅਦ ਅੱਗੇ ਪੰਜਾਬ ਇੱਕ ਸਟੇਟ ਆਉਂਦੀ ਸੀ ਜਿੱਥੇ ਕਿਤੇ ਬੀਜੇਪੀ ਦਾ ਥੋੜ੍ਹਾ ਬਹੁਤ ਨਾਮ ਸੀਗਾ। ਇਸ ਵਾਰੀ ਉਸ ਤਰ੍ਹਾਂ ਦੀ ਵੇਵ ਵੀ ਨਹੀਂ ਹੈਗੀ। ਓਨੈਸਟਲੀ ਦੱਸੋ ਵੀ ਬੀਜੇਪੀ ਆਪਣਾ ਐਨਾਲਿਸਿਸ ਕਿਵੇਂ ਕਰ ਰਹੀ ਹੈ ਪੰਜਾਬ ਦੇ ਵਿੱਚ? ਦੇਖੋ 2017 ਦੇ ਕਈ ਫੈਕਟਰਸ ਨੇ ਜਿਨ੍ਹਾਂ ਕਰਕੇ ਅਕਾਲੀ ਭਾਜਪਾ ਦਾ ਗੱਠਜੋੜ ਸੀ, ਉਹਨਾਂ ਦੇ ਅਗੇਂਸਟ ਲੋਕਾਂ ਦਾ ਗੁੱਸਾ ਵੀ ਸੀ। ਜੇ ਅਕਾਲੀ ਦਲ ਦੇ ਅਗੇਂਸਟ ਕੋਈ ਗੁੱਸਾ ਸੀ ਉਹਦਾ ਭਾਜਪਾ, ਕਿਉਂਕਿ ਪਾਰਟਨਰ ਸੀ, ਉਹਦਾ ਗੁੱਸਾ ਸਾਡੇ ਅਗੇਂਸਟ ਵੀ ਸੀ। ਇਸ ਕਰਕੇ ਜੇ ਅਕਾਲੀ ਦਲ ਨੂੰ ਲੋਕਾਂ ਨੇ ਦਰਕਾਰਿਆ ਤਾਂ ਬੀਜੇਪੀ ਨੂੰ ਵੀ ਉਹਦਾ ਖਮਿਆਜਾ ਭੁਗਤਣਾ ਪਿਆ। ਸਾਡੀਆਂ 3 ਸੀਟਾਂ ਆ ਸਕੀਆਂ, ਸਿਰਫ ਉਹਨਾਂ ਦੀਆਂ 15 ਸੀਟਾਂ ਆਈਆਂ ਅਕਾਲੀ ਦਲ ਦੀਆਂ। ਸੋ ਇਹਦਾ ਇਕੁਅਲੀ ਸਾਰਿਆਂ ਤੇ ਇਫੈਕਟ ਹੋਇਆ, ਕੋਈ ਗੱਲ ਚੱਕ ਨਹੀਂ। ਤੁਸੀਂ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਹੋ। ਪਿਛਲੇ ਦਿਨੀ ਸੁਖਬੀਰ ਬਾਦਲ ਹੋਣਾ ਨੇ ਇੱਕ ਗੱਲ ਕਹੀ ਕਿ ਅਕਾਲੀ ਦਲ ਦੇ ਲੀਡਰ ਬੀਜੇਪੀ 'ਚ ਸ਼ਾਮਲ ਹੋ ਰਹੇ। ਬੀਜੇਪੀ ਕਹਿੰਦੇ ਸਾਰੇ ਲੀਡਰਾਂ ਨੂੰ, ਬਹੁਤ ਸਾਰੇ ਲੀਡਰਾਂ ਨੂੰ ਅਪਰੋਚ ਕਰ ਰਹੀ, ਈਵਨ ਪੰਥਕ ਲੀਡਰਾਂ ਤੱਕ ਵੀ ਅਪਰੋਚ ਕੀਤੀ ਜਾ ਰਹੀ ਹੈ। ਇਸ ਗੱਲ ਦੇ ਵਿੱਚ ਕੀ ਸੱਚਾਈ ਹੈਗੀ ਹੈ ਕਿ ਬੀਜੇਪੀ ਖੁਦ ਅਕਾਲੀ ਦਲ ਦੇ ਲੀਡਰਾਂ ਨੂੰ ਅਪਰੋਚ ਕਰ ਰਹੀ? ਕਿਉਂਕਿ ਇੱਕ ਨਾਰਾ ਤੇ ਬੀਜੇਪੀ ਦਿੰਦੀ ਹੈ ਕਾਂਗਰਸ ਮੁਕਤ ਭਾਰਤ। ਹੁਣ ਇਹ ਕਿਹਾ ਜਾਣ ਲੱਗਾ ਥੱਲੇ ਕਿ ਜਿਸ ਤਰ੍ਹਾਂ ਬੀਜੇਪੀ ਅਕਾਲੀ ਦਲ ਦੇ ਬੰਦੇ ਤੋੜ ਰਹੀ ਹੈ, ਇਹ ਸ਼ਾਇਦ ਅਕਾਲੀ ਮੁਕਤ ਵੀ ਕਰਨਾ ਚਾਹੁੰਦੇ ਪੰਜਾਬ ਨੂੰ। ਇਹ ਗੱਲ ਠੀਕ ਨਹੀਂ ਹੈ। ਅਸੀਂ ਕੋਈ ਕਿਸੇ ਨੂੰ ਅਪਰੋਚ ਨਹੀਂ ਕਰਦੇ। ਕੋਈ ਆਪਣੇ ਆਪ ਆ ਜਾਏ ਤਾਂ ਉਹਨੂੰ ਤਾਂ ਵੈਲਕਮ ਕਰਾਂਗੇ। ਜੇ ਸਾਡੀ ਪਾਰਟੀ ਦੇ ਅਸੂਲਾਂ ਨੂੰ ਕੋਈ ਪ੍ਰਭਾਵਿਤ ਹੁੰਦਾ, ਮੋਦੀ ਸਾਹਿਬ ਦੀ ਪਾਲਿਸੀ ਤੋਂ ਕੋਈ ਪ੍ਰਭਾਵਿਤ ਹੋ ਕੇ ਆਉਣਾ ਚਾਹੁੰਦਾ, ਉਹ ਵੈਲਕਮ ਹੈ। ਅਸੀਂ ਇਹ ਨਹੀਂ ਵੀ ਅਸੀਂ ਅਕਾਲੀ ਦਲ ਦੇ ਮਗਰ ਪਏ ਹਾਂ, ਸਾਡੇ ਜ਼ਰੂਰ ਆਓ, ਐਸੀ ਕੋਈ ਗੱਲ ਨਹੀਂ ਹੈ। ਪਰ ਸੁਖਬੀਰ ਬਾਦਲ ਫਿਰ ਇੰਨੀ ਗੱਲ ਕਿਉਂ ਕਹਿੰਦੇ ਨੇ ਕਿ ਸਾਨੂੰ ਸਾਡੇ ਲੀਡਰਾਂ ਨੂੰ ਅਪਰੋਚ ਕੀਤਾ ਜਾ ਰਿਹਾ? ਇਹ ਗੱਲ ਉਦੋਂ ਜ਼ਿਆਦਾ ਜ਼ੋਰ ਫੜੀ ਜਦੋਂ ਮਨਜਿੰਦਰ ਸਿਰਸਾ ਗਏ। ਕਿਉਂ ਮਨਜਿੰਦਰ ਸਿਰਸਾ ਗਏ, ਉਹ ਆਪ ਕਹਿੰਦੇ ਨੇ ਮੈਂ ਆਪਣੇ ਆਪ ਆਇਆ। ਹੁਣ ਉਹਨੂੰ ਕੀ ਕਹਿ ਸਕਦਾ? ਅਸੀਂ ਸੁਖਬੀਰ ਬਾਦਲ ਕੁਝ ਵੀ ਕਹਿ ਸਕਦੇ ਨੇ, ਉਹਨਾਂ ਦਾ ਆਪਣੇ ਸੋਚਣ ਦਾ ਢੰਗ ਹੈ। ਉਹ ਆਪਣੀ ਪਾਰਟੀ ਨੂੰ ਸੰਭਾਲ ਕੇ ਉਹਨਾਂ ਨੇ ਰੱਖਣਾ। ਜੇ ਕੋਈ ਪਾਰਟੀ ਛੱਡ ਕੇ ਆਉਂਦਾ, ਮਨਜਿੰਦਰ ਸਿਰਸਾ ਨੂੰ ਉਹਦੇ ਧਿਆਨ 'ਚ ਵੀ ਨਹੀਂ ਸੀ ਕਿ ਜਦੋਂ ਆਏ ਨੇ, ਉਹ ਆ ਕੇ ਉਹਨੇ ਜੁਆਇਨ ਕੀਤਾ ਤਾਂ ਸਾਡੇ ਪਾਰਟੀ ਨੂੰ ਵੈਲਕਮ ਕੀਤਾ। ਤੁਸੀਂ ਕਿਹਾ ਸੁਖਬੀਰ ਬਾਦਲ ਨੂੰ ਆਪਣੀ ਪਾਰਟੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਮਤਲਬ ਦੇਸ਼ ਦੇ ਸਭ ਤੋਂ ਸੀਨੀਅਰ ਲੀਡਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਦੁਬਾਰਾ ਮੈਦਾਨ ਦੇ ਵਿੱਚ ਉਤਰਨਾ ਪਿਆ, ਦੁਬਾਰਾ ਉਹਨਾਂ ਨੂੰ ਇਲੈਕਸ਼ਨ ਲੜਨੀ ਪਈ। ਹਾਲਾਂਕਿ ਉਹਨਾਂ ਦੀ ਸਿਹਤ ਦੇ ਅਕੋਰਡਿੰਗ ਮੰਨਿਆ ਜਾ ਰਹੀ ਸੀ ਸ਼ਾਇਦ ਇਹ ਵਾਲਾ ਚੋਣ ਨਹੀਂ ਲੜਨਗੇ। ਤੁਹਾਨੂੰ ਕੀ ਲੱਗਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਦੁਬਾਰਾ ਮੈਦਾਨ ਦੇ ਵਿੱਚ ਆਉਣਾ ਸੁਖਬੀਰ ਸਿੰਘ ਬਾਦਲ ਦੀ ਕਮਜ਼ੋਰ ਲੀਡਰਸ਼ਿਪ ਨੂੰ ਦਰਸਾਉਂਦਾ ਹੈ? ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਹੀ ਸਤਿਕਾਰਤ ਨੇਤਾ ਨੇ, ਬੜਾ ਉੱਚਾ ਕੱਦ ਹੈ। ਸਾਰੇ ਹਿੰਦੁਸਤਾਨ ਵਿੱਚ ਸਭ ਤੋਂ ਵੱਡੇ ਕੱਦ ਦੇ ਨੇਤਾ ਨੇ। ਮੈਂ ਉਹਨਾਂ ਦੇ ਬਹੁਤ ਨੇੜੇ ਰਿਹਾ ਵੀ ਆ, ਉਹਨਾਂ ਦੇ ਨੇੜੇ ਨਾਲ ਉਹਨਾਂ ਦਾ ਕੰਮ ਵੀ ਕੀਤਾ। ਇਸ ਕਰਕੇ ਮੈਂ ਉਹਨਾਂ ਦੀ ਚੋਣ ਬਾਰੇ ਕੋਈ ਕਮੈਂਟਰੀ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਸਤਿਕਾਰ ਦੇ ਤੌਰ 'ਤੇ ਮੈਂ ਉਹਨਾਂ ਬਾਰੇ ਕੋਈ ਗੱਲ ਕਰਨੀ ਨਹੀਂ ਚਾਹੁੰਦਾ। ਨਹੀਂ, ਮੈਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਲੀਡਰਸ਼ਿਪ ਦੇ ਬਾਰੇ ਕਿਹਾ। ਦੇਖੋ ਸੁਖਬੀਰ ਸਿੰਘ ਬਾਦਲ ਨੇ ਫੈਸਲਾ ਕੀ ਕਰਨਾ, ਉਹਨਾਂ ਨੂੰ ਦੇਖਣਾ ਚਾਹੀਦਾ ਸੀ। ਉਹਨਾਂ ਦਾ ਆਪਣਾ ਫੈਸਲਾ ਹੈ, ਕਿਵੇਂ ਉਹਨਾਂ ਨੂੰ ਉਤਾਰਿਆ। ਨਹੀਂ ਇਲੈਕਸ਼ਨ ਲੜਨੀ ਸੀ ਜਾਂ ਨਹੀਂ ਲੜਾਉਣੀ ਸੀ ਜਾਂ ਨਹੀਂ ਲੜਨੀ ਚਾਹੀਦੀ ਸੀ, ਇਹ ਲੋਕੀ ਵੀ ਆਪਣੇ ਆਪ ਜੱਜ ਕਰਦੇ ਨੇ। ਸੁਖਬੀਰ ਸਿੰਘ ਬਾਦਲ ਨੂੰ ਵੀ ਚਾਹੀਦਾ ਸੀ। ਪ੍ਰਕਾਸ਼ ਜੀ, ਕੈਪਟਨ ਅਮਰਿੰਦਰ ਸਿੰਘ ਹੁਣ ਬੀਜੇਪੀ ਦੇ ਨਾਲ ਦੋਸਤੀ ਹੈ ਜੀ। ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਦੋ ਤਰ੍ਹਾਂ ਦੀ ਪਰਸੈਪਸ਼ਨ ਚੱਲਦੀ ਹੈ। ਇੱਕ ਇਹ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕੇ ਨੇ ਜਿਸ ਤਰ੍ਹਾਂ ਨੂੰ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੀਤਾ ਗਿਆ। ਦੂਸਰੀ ਚੀਜ਼ ਇਹ, ਉਦੋਂ ਨਾਲ ਹੀ ਸਵਾਲ ਇਹ ਹੁੰਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਲੱਗਦਾ ਸਾਡੇ ਕਿਸੇ ਕੰਮ ਦੇ ਨਹੀਂ ਰਹੇ, ਇੱਕ ਸਿਟਿੰਗ ਮੁੱਖ ਮੰਤਰੀ ਨੂੰ ਉਠਾ ਕੇ ਬਾਹਰ ਕੱਢ ਦਿੱਤਾ, ਤੇ ਫਿਰ ਬੀਜੇਪੀ ਦੇ ਕਿਸ ਕੰਮ ਦੇ ਨੇ? ਬੀਜੇਪੀ ਨੂੰ ਕੀ ਉਮੀਦ ਹੈ ਕੈਪਟਨ ਅਮਰਿੰਦਰ ਸਿੰਘ ਤੋਂ? ਦੇਖੋ ਕੈਪਟਨ ਅਮਰਿੰਦਰ ਸਿੰਘ 'ਚ ਕਾਂਗਰਸ ਨੇ ਕਿਹਨਾਂ ਹਾਲਾਤਾਂ 'ਚ ਕੱਢਿਆ, ਉਹਨਾਂ ਦੀ ਆਪਣੀ ਅੰਦਰ ਦੀ ਗੱਲ ਸੀ। ਪਰ ਇੱਕ ਉਹਨਾਂ ਵਿੱਚ ਇੱਕ ਗੱਲ ਜਿਹੜੀ ਵਿਸ਼ੇਸ਼ ਹੈ, ਉਹ ਰਾਸ਼ਟਰਵਾਦ ਦੀ ਗੱਲ ਕਰਦੇ ਨੇ, ਦੇਸ਼ ਦੀ ਅਖੰਡਤਾ ਦੀ ਗੱਲ ਕਰਦੇ ਨੇ, ਦੇਸ਼ ਦੀ ਰੱਖਿਆ ਦੀ ਗੱਲ ਕਰਦੇ ਨੇ। ਪਾਕਿਸਤਾਨ ਦੇ ਉਲਟ ਜੇ ਕੋਈ ਗੱਲ ਕਰਦਾ ਪਾਕਿਸਤਾਨ, ਤਾਂ ਉਹਦੇ ਦਲੇਰੀ ਨਾਲ ਗੱਲ ਕਰਦੇ ਨੇ। ਇਸ ਕਰਕੇ ਜਿਹੜੀ ਸੋਚ ਹੈ ਉਹ ਰਾਸ਼ਟਰਵਾਦ ਦੀ ਸੋਚ ਹੈ। ਇਸ ਕਰਕੇ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ, ਇਸ ਕਰਕੇ ਉਹਨਾਂ ਨਾਲ ਸਮਝੌਤਾ ਹੈ। ਕਾਂਗਰਸ ਦੇ ਵਿੱਚ ਤਾਂ ਬਹੁਤ ਕੁਝ ਹੋਇਆ, ਕਿੰਨੇ ਕਪਲੇ ਹੋਏ ਆ, ਕਿਤੇ ਸਕੈਮ ਹੋਇਆ, ਕਿਤੇ ਸ਼ਰਾਬ ਦਾ ਮਾਫੀਆ, ਦੂਜਾ ਰੇਤਾ ਦਾ ਮਾਫੀਆ, ਸਾਰਾ ਕੁਝ ਹੋਇਆ। ਉਹ
ਸਾਰਿਆਂ ਨੂੰ ਜਗ ਜਾਰ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਨਾਨ ਪਰਫਾਰਮਰ ਦਿਖਾ ਕੇ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ। ਇਹ ਮੰਨਿਆ ਕਾਂਗਰਸ ਨੇ ਕਿ ਜਿਹੜੀ ਐਂਟੀ ਇਨਕੰਬੈਂਸੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਬਾਹਰ ਚਲੀ ਗਈ। ਕਿਆ ਕੈਪਟਨ ਅਮਰਿੰਦਰ ਸਿੰਘ ਤੇ ਲੱਗਾ ਨਾਨ ਪਰਫਾਰਮਰ ਦਾ ਟੈਗ ਬੀਜੇਪੀ ਨੂੰ ਨੁਕਸਾਨ ਕਰੂਗਾ ਕਿ ਫਾਇਦਾ ਕਰੂਗਾ ਕਾਂਗਰਸ ਇਲੈਕਸ਼ਨਸ ਦੇ ਵਿੱਚ? ਇਹਦਾ ਕੋਈ ਨੁਕਸਾਨ ਫਾਇਦੇ ਦੀ ਗੱਲ ਨਹੀਂ ਹੈ। ਗੱਲ ਤਾਂ ਹੈ ਵੀ ਕਾਂਗਰਸ ਦੇ ਵਿੱਚ ਕਿੰਨਾ ਕੁਝ ਹੋਇਆ, ਔਰ ਕਾਂਗਰਸ ਦੇ ਵਿੱਚ ਜੋ ਵੀ ਆਪਾਂ ਗੱਲ ਸੋਚ ਲਈਏ, ਜਿੰਨਾ ਮਾਫੀਆ ਦਾ ਹੋਇਆ, ਸ਼ਰਾਬ ਮਾਫੀਆ ਕਾਂਗਰਸ ਦੇ ਵਿੱਚ, ਰੇਤਾ ਮਾਫੀਆ ਕਾਂਗਰਸ ਦੇ ਵਿੱਚ, ਮਾਈਨਸ ਦਾ ਉੱਥੇ ਸਾਰਾ ਹੋਇਆ, ਭ੍ਰਿਸ਼ਟਾਚਾਰ ਕਾਂਗਰਸ ਵਿੱਚ ਹੋਇਆ। ਇਹ ਤੁਸੀਂ ਸਾਰਾ ਕੁਝ ਦੇਖਿਆ। ਔਰ ਉਹਦੇ ਵਿੱਚ ਅਮਰਿੰਦਰ ਸਿੰਘ ਦਾ ਰੋਲ ਕੀ ਆ ਜਾਂਦਾ, ਸਾਰੇ MLA ਸਾਰੇ ਮੰਤਰੀ ਇਸ ਕੰਮ ਨੂੰ ਲੱਗ ਗਏ ਹੋਣ, ਔਰ ਸਾਰੇ ਸਕੈਮ ਵਿੱਚ ਲੱਗ ਗਏ ਹੋਣ, ਸਾਰੇ ਮਾਫੀਆ 'ਚ ਆ ਗਏ ਹੋਣ। ਉਹ 'ਚ ਇਕੱਲੇ ਅਮਰਿੰਦਰ ਸਿੰਘ ਨੂੰ ਅਸੀਂ ਪਾਸੇ ਨਹੀਂ ਕੱਢ ਸਕਦੇ ਨਾਨ ਪਰਫਾਰਮਰ ਕਰਕੇ। ਸਾਰੀ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਰਿਸ਼ਵਤਖੋਰੀ ਵਿੱਚ ਹੁਣ ਜਿਹੜਾ ਬਾਅਦ 'ਚ ਲਿਆਂਦਾ ਮੁੱਖ ਮੰਤਰੀ 111 ਦਿਨਾਂ ਦੀ ਪਰਫਾਰਮੈਂਸ ਦੱਸਦਾ, ਜੇ ਉਹਦੇ ਘਰੋਂ 10 ਕਰੋੜ ਰੁਪਇਆ ਨਕਦ ਫੜਿਆ ਜਾਂਦਾ, ਇੰਨੀਆਂ ਬੜੀਆਂ ਟ੍ਰਾਂਜੈਕਸ਼ਨ ਕਿੰਨੇ ਕਰੋੜਾਂ ਰੁਪਏ ਦੀਆਂ ਫੜੀਆਂ ਜਾਂਦੀਆਂ, ਤੇ ਫਿਰ ਆਪਾਂ ਕੀ ਕਹਿ ਸਕਦੇ? ਕਾਂਗਰਸ ਹੈ ਜਾਂ ਕਿੱਧਰ ਜਾ ਰਹੀ ਹੈ? ਉਹਦੇ ਵਿੱਚ ਜਿਹੜੀ ਇੰਟਰੋਗੇਸ਼ਨ 'ਚ ਮੰਨਿਆ ਵੀ ਸਾਰਾ ਅਸੀਂ ਰਿਸ਼ਵਤਖੋਰੀ, ਬਦਲੀਆਂ ਦੇ ਪੈਸੇ ਲਏ ਨੇ, ਅਸੀਂ ਰੇਤੇ ਬਦਲੇ ਦੇ ਸਕੈਮ ਵਿੱਚ ਇਹ ਵਿੱਚ ਅਸੀਂ ਪੈਸੇ ਇਕੱਠੇ ਕੀਤੇ ਨੇ। ਇਹ ਦਰਸਾਉਂਦਾ ਵੀ ਕਾਂਗਰਸ ਵਿੱਚ ਸਾਰਾ ਕੁਝ ਕਰਪਟ ਹੋ ਚੁੱਕਾ, ਬੁਰਾ ਹਾਲ ਹੋ ਚੁੱਕਾ। ਇਸ ਕਰਕੇ ਇਹ ਇਕੱਲੇ ਅਮਰਿੰਦਰ ਸਿੰਘ ਦੇ ਨਾਂ ਨਹੀਂ ਲਾਇਆ ਜਾ ਸਕਦਾ। ਅਮਰਿੰਦਰ ਸਿੰਘ ਦੇ ਨਾਂ ਇਹ ਤਾਂ ਲਾ ਸਕਦੇ ਆ ਵੀ ਉਹਨਾਂ 'ਤੇ ਐਕਸ਼ਨ ਨਹੀਂ ਲਿਆ, ਉਹਦੇ ਨੌਲੇਜ ਵਿੱਚ ਇਹ ਕਰ ਰਿਹਾ, ਉਹਨਾਂ ਨੇ ਐਕਸ਼ਨ ਨਹੀਂ ਲਿਆ, ਇਹ ਗੱਲ ਤਾਂ ਕਹੀ ਜਾ ਸਕਦੀ ਹੈ। ਪਰ ਕਾਂਗਰਸ ਨੂੰ ਇਕੱਲੇ ਅਮਰਿੰਦਰ ਸਿੰਘ ਨੂੰ ਕਹਿ ਦਈਏ ਵੀ ਇਹ ਨਾਨ ਪਰਫਾਰਮਰ, ਬਾਕੀ ਸਾਰੇ ਕੁਝ ਠੀਕ ਹੈ, ਇਹ ਨਹੀਂ ਹੈ। ਸਾਰੀ ਕਾਂਗਰਸ ਕਰਪਟ ਹੈ, ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ, ਔਰ ਲੋਕਾਂ ਨੂੰ ਲੁੱਟਿਆ ਉਹਨਾਂ ਨੇ ਬੁਰੀ ਤਰ੍ਹਾਂ। ਇਹ ਲੋਕਾਂ ਦੇ ਸਾਹਮਣੇ ਹੈ, ਲੋਕਾਂ ਨੇ ਹੁਣ ਫਤਵਾ ਜਿਹੜਾ ਫੈਸਲਾ ਕਰਨਾ। ਚਰਨਜੀਤ ਚੰਨੀ ਕਹਿੰਦੇ ਮੇਰੇ ਖਿਲਾਫ ਜੋ ਬੀਜੇਪੀ ਇਲੈਕਸ਼ਨ ਲੜ ਰਹੀ ਹੈ, ਕਹਿੰਦੇ ਕੱਲੀ ਬੀਜੇਪੀ ਨਹੀਂ, ਬੀਜੇਪੀ ਦੀਆਂ ਸਾਰੀਆਂ ਏਜੰਸੀਆਂ ਮੇਰੇ ਖਿਲਾਫ ਲੜ ਰਹੀਆਂ ਨੇ। ਬੀਜੇਪੀ ਦੀਆਂ ਏਜੰਸੀਆਂ ਨਹੀਂ, ਉਹਦੇ ਕਰਮ ਜਿਹੜੇ ਕਰ ਰਹੇ ਨੇ 111 ਦਿਨਾਂ 'ਚ ਕੀਤੇ ਨੇ, ਲੋਕਾਂ ਦੇ ਸਾਹਮਣੇ ਆ ਗਏ। ਔਰ ਇੱਕ ਪਾਸੇ ਇੱਕ ਸਟੇਜ 'ਤੇ ਚੰਨੀ ਜੀ ਬੋਲਦੇ ਨੇ, ਉੱਥੇ ਸਟੇਜ 'ਤੇ ਉਹਦੇ ਪ੍ਰਧਾਨ ਸਿੱਧੂ ਸਾਹਿਬ ਬੈਠੇ ਨੇ, ਉਹ ਕੁਝ ਬੋਲਦੇ ਨੇ, ਲੋਕਾਂ ਨੂੰ ਵਾਅਦੇ ਕਰਦੇ ਨੇ ਮੈਂ ਆਹ ਕਰ ਦੂੰਗਾ। ਸਿੱਧੂ ਸਾਹਿਬ ਕਹਿੰਦੇ ਨੇ ਲੋਲੀਪੌਪ ਦੇ ਰਹੇ ਨੇ, ਉਸੇ ਸਟੇਜ ਤੋਂ ਕਹਿੰਦੇ ਲੋਲੀਪੌਪ ਦੇ ਰਹੇ ਨੇ, ਸਰਕਾਰ ਕੋਲ ਪੈਸਾ ਹੈ ਨਹੀਂ। ਇਸ ਤਰ੍ਹਾਂ ਦਾ ਕਿਤੇ ਸਿਸਟਮ ਕਿਤੇ ਫੇਲਿਅਰ ਵਾਲਾ ਦੇਖਿਆ ਨਹੀਂ ਹੈ, ਜਿੱਦਾਂ ਇਸ ਤਰ੍ਹਾਂ ਬਿਲਕੁਲ ਸਿਸਟਮ ਪੋਲੂਟ ਹੋ ਗਿਆ ਹੋਵੇ, ਖਰਾਬ ਹੋ ਗਿਆ ਹੋਵੇ, ਔਰ ਕੋਈ ਡਿਸਿਪਲਿਨ ਨਾ ਹੋਵੇ ਜਿਸ ਪਾਰਟੀ 'ਚ। ਤੁਸੀਂ ਐਡਮਿਨਿਸਟ੍ਰੇਟਰ ਰਹੇ ਹੋ, ਡਿਪਟੀ ਕਮਿਸ਼ਨਰ ਰਹੇ ਹੋ, ਐਡਮਿਨਿਸਟ੍ਰੇਸ਼ਨ ਚਲਾਉਣਾ ਕਿਸ ਤਰ੍ਹਾਂ ਚੱਲਣਾ ਚਾਹੀਦਾ ਤੁਸੀਂ ਦੇਖਿਆ, ਤੁਸੀਂ ਸਰਕਾਰ ਦਾ ਵੀ ਹਿੱਸਾ ਰਹੇ ਹੋ, CPS ਰਹੇ ਹੋ, ਤੁਸੀਂ ਇਸ ਦਾ ਫਰਕ ਕਿਵੇਂ ਦੇਖਿਆ? ਜਿਸ ਸਮੇਂ ਹੁਣ ਤੁਸੀਂ ਅਕਾਲੀ ਦਲ ਨੂੰ ਲੈ ਕੇ ਵੀ ਕੁਝ ਗੱਲਾਂ ਕਰ ਰਹੇ ਹੋ, ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੀ ਸਰਕਾਰ, ਅਕਾਲੀ BJP ਦੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦਾ ਐਡਮਿਨਿਸਟ੍ਰੇਸ਼ਨ ਤੇ ਚਰਨਜੀਤ ਚੰਨੀ ਦਾ ਐਡਮਿਨਿਸਟ੍ਰੇਸ਼ਨ 3.5-4 ਮਹੀਨੇ ਦਾ, ਇਸ 'ਚ ਫਰਕ ਕੀ ਦੇਖਿਆ ਤੁਸੀਂ? ਦੇਖੋ, ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਇਹ ਖਾਸੀਅਤ ਸੀ, ਚੰਗੀ ਗੱਲ ਕਹਿ ਸਕਦੇ ਹਾਂ, ਕਿ ਉਹ ਡਿਸਿਪਲਿਨ ਸੀ ਉਹਨਾਂ ਵਿੱਚ। ਔਰ ਇੱਕ ਜਿਹੜੀ ਗੱਲ ਹੈ ਕਿ ਕਾਂਗਰਸ ਦੇ ਵਿੱਚ ਕੋਈ ਸਰਕਾਰ ਜਿਸ ਪਾਸੋਂ ਮਰਜ਼ੀ ਜੋ ਚਲਾਵੇ, ਉਹਦਾ ਠੀਕ ਰੋਲ ਹੁੰਦਾ। ਇਹੀ ਮੈਂ ਕਹਿਣਾ ਚਾਹਾਂਗਾ ਕਿ ਸਰਕਾਰ ਦਾ ਜਿਹੜਾ ਰੋਲ ਹੈ ਉਹ ਸਪਸ਼ਟ ਤੌਰ 'ਤੇ ਹੈ, ਔਰ ਦੂਸਰੇ ਪਾਸੋਂ ਕੋਈ ਵੀ ਦੂਸਰੀ ਪਾਰਟੀ ਹੋਵੇ ਉਹਦਾ ਰੋਲ ਵੱਖਰੇ ਤੌਰ 'ਤੇ ਹੋ ਸਕਦਾ। ਸੋਮ ਪ੍ਰਕਾਸ਼ ਜੀ, ਜਿਹੜੇ ਬੰਦੀ ਸਿੰਘ ਜਿਨ੍ਹਾਂ ਨੂੰ ਕਿਹਾ ਜਾਂਦਾ ਜੀ, ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਪਰ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਹੈ, ਉਹਨਾਂ ਦੀ ਰਿਹਾਈ ਦੇ ਲਈ BJP ਹੁਣ ਇਨੀਸ਼ੀਏਟਿਵ ਲੈ ਰਹੀ ਹੈ। ਕੀ BJP ਉਹਨਾਂ ਦੀ ਰਿਹਾਈ ਕਰਵਾ ਸਕਦੀ ਹੈ? ਕਿਉਂਕਿ ਅੱਜ ਵੀ ਇੱਕ ਮੀਟਿੰਗ ਹੋਈ ਹੈ, ਗਜੇਂਦਰ ਸ਼ੇਖਾਵਤ ਤੇ ਵਿਜੇ ਸਾਂਪਲਾ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ, ਸਿੱਖ ਜਥੇਬੰਦੀਆਂ ਨਾਲ ਹੋਈ ਹੈ। ਕੀ BJP ਬੰਦੀ ਸਿੱਖਾਂ ਦੀ ਰਿਹਾਈ ਕੱਲ੍ਹ ਨੂੰ ਕਰ ਸਕਦੀ ਹੈ? ਪਲੈਨਿੰਗ ਹੈਗੀ ਹੈ? ਦੇਖੋ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਾਫੀ ਚਿਰ ਤੋਂ ਗੱਲ ਚੱਲ ਰਹੀ ਹੈ। ਮੇਰੇ ਕੋਲ ਵੀ ਇਹ ਗੱਲ ਆਈ ਸੀ। ਮੈਂ ਜਨਵਰੀ ਦੇ ਪਹਿਲੇ ਹਫ਼ਤੇ 'ਚ ਇੱਕ ਲੈਟਰ ਲਿਖਿਆ ਸੀ ਹੋਮ ਮਿਨਿਸਟਰ ਨੂੰ ਵੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸਾਨੂੰ ਜਲਦੀ ਫੈਸਲਾ ਕਰਨਾ ਚਾਹੀਦਾ। ਆਈ ਬਿਲੋਂਗ ਟੂ ਪੰਜਾਬ, ਪੰਜਾਬ ਦਾ ਚੁਣਿਆ ਨੁਮਾਇੰਦਾ, ਮੇਰਾ ਫਰਜ਼ ਵੀ ਬਣਦਾ ਪੰਜਾਬ ਦੀ ਗੱਲ ਉੱਥੇ ਕਰਾਂ। ਮੈਂ ਹੋਮ ਮਿਨਿਸਟਰ ਨੂੰ ਇਹ ਗੱਲ ਲਿਖੀ ਸੀ, ਔਰ ਮੈਨੂੰ ਆਸ ਹੈ ਕਿ ਬਹੁਤ ਜਲਦੀ ਇੱਥੇ ਫੈਸਲਾ ਹੋਏਗਾ। ਇਹ ਇਸ 'ਤੇ ਪੋਜ਼ੀਟਿਵ ਫੈਸਲਾ ਹੋ ਸਕਦਾ। ਪਰ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ BJP ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ 'ਤੇ ਕਮਿਊਨਲ ਪੋਲੀਟਿਕਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਧਰੂਵੀਕਰਨ ਦੀ ਰਾਜਨੀਤੀ ਹੈ। ਇਹਦੇ 'ਚ ਕੀ ਹੈ, ਜੇ ਛੱਡ ਦੇਈਏ ਤਾਂ ਵੀ ਗਲਤ ਗੱਲ ਹੈ, ਜੇ ਨਾ ਛੱਡੀਏ ਤਾਂ ਵੀ ਗਲਤ ਗੱਲ ਹੈ। ਇਹ ਗੁਣ ਦੋਸ਼ 'ਤੇ ਫੈਸਲਾ ਹੋਏਗਾ। ਔਰ ਜਦੋਂ ਸਜ਼ਾ ਪੂਰੀ ਹੋ ਚੁੱਕੀ ਹੈ
ਜਿਹਦੀ ਆਪਾਂ ਗੱਲ ਕਰਦੇ ਹਾਂ ਸਜ਼ਾ ਪੂਰੀ ਹੋ ਚੁੱਕੀ ਆ, ਉਹਨੂੰ ਕੋਈ ਛੱਡਣਾ ਬਣਦਾ ਹੈ। ਆਮ ਤੌਰ 'ਤੇ ਜਿਹੜਾ ਦੇਖਣ 'ਚ ਲੱਗਦਾ ਹੈ ਉਹਦੇ ਕੋਈ ਕਾਰਨ ਜੇ ਨਹੀਂ ਛੱਡਦੇ ਤਾਂ ਕੀ ਕਾਰਨ ਹੈ, ਕਿਉਂ ਨਹੀਂ ਛੱਡਿਆ ਜਾਣਾ, ਇਹਦੇ ਸਰਕਾਰ ਨੇ ਉਹ ਫੈਸਲਾ ਕਰਨਾ ਹੁੰਦਾ। ਇਸ 'ਤੇ ਮੇਰਾ ਖਿਆਲ ਬਹੁਤ ਜਲਦੀ ਫੈਸਲਾ ਹੋਏਗਾ ਔਰ ਠੀਕ ਫੈਸਲਾ ਪੋਜ਼ੀਟਿਵ ਹੋਣ ਦੀ ਆਸ ਹੈ। ਸੋਮ ਪ੍ਰਕਾਸ਼ ਜੀ, ਅਸੀਂ ਆਡੀਅנס ਦੇ ਵਿੱਚੋਂ ਸਵਾਲ ਲੈ ਲਈਏ ਇੱਕ। ਜੀ योगेश जी। नमस्कार मंत्री जी। नमस्कार जी। हम ये जानना चाह रहे हैं आपसे कि जिस तरीके से बीजेपी अकाली दल के लिए बड़ी फायदेमंद थी और काफ़ी देर तक कई बार सरकारें बनी, कम से कम 3 बार तो बनाई हैं आप लोगों ने साथ में, तो क्या आपको लगता नहीं है कि बीएसपी जो है पंजाब में वो अकाली दल के लिए उतनी ही फायदेमंद हो सकती है, उससे ज़्यादा फायदेमंद हो सकती है जितने की बीजेपी फायदेमंद थी? देखो, ਜਿਹੜਾ ਸਮਝੌਤੇ ਹੁੰਦੇ ਕਈ ਵਾਰ ਬਣਦੇ ਨੇ, ਕਈ ਵਾਰ ਖਤਮ ਹੁੰਦੇ ਨੇ। ਇਹ ਸਮਝੌਤਾ ਅਸੀਂ ਆਪ ਤਾਂ ਛੱਡਿਆ ਨਹੀਂ ਹੈ, ਅਕਾਲੀ ਦਲ ਦਾ ਫੈਸਲਾ ਸੀ, ਉਹਨਾਂ ਨੇ ਛੱਡਿਆ ਹੈ। ਇਹਦਾ ਫਾਇਦਾ ਕਿਹਨੂੰ ਹੁੰਦਾ ਹੋਵੇ, ਇਹਦਾ ਨੁਕਸਾਨ ਹੁੰਦਾ। ਅਸੀਂ ਕਹਿੰਦੇ ਸਾਨੂੰ ਬਹੁਤ ਫਾਇਦਾ ਹੋਏਗਾ, ਕਿਉਂਕਿ ਜਿਸ ਢੰਗ ਨਾਲ ਬੀਜੇਪੀ ਅਟਰੈਕਸ਼ਨ ਬਣੀਆਂ ਸਾਰੀਆਂ ਪਾਰਟੀਆਂ ਦੇ, ਲੋਕੀ ਛੱਡ ਕੇ ਸਾਡੀ ਪਾਰਟੀ 'ਚ ਆ ਰਹੇ ਨੇ, ਇਹ ਜ਼ਿਆਦਾ ਐਕਸੈਪਟੈਂਸ ਹੋ ਰਹੀ ਹੈ ਔਰ ਬੀਜੇਪੀ 'ਚ ਗੇਨ ਕਰੇਗੀ। ਵੀ ਆਰ ਵੈਰੀ ਸ਼ੋਰ ਅਬਾਊਟ ਦੈਟ। ਸੋਮ ਪ੍ਰਕਾਸ਼ ਜੀ, ਇੱਕ ਹੋਰ ਚੀਜ਼ ਇਹਦੇ ਨਾਲ ਜਾਣਨਾ ਚਾਹੁੰਦਾ ਜੀ। ਜਿਹੜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਸੀਗੇ, ਜੀ। ਜਿਹੜੀ ਬਾਬਾ ਰਾਮ ਰਹੀਮ ਦੀ ਜ਼ਮਾਨਤ ਹੋਈ, ਫਰਲੋ ਦਿੱਤੀ ਗਈ ਰਾਮ ਰਹੀਮ ਨੂੰ, ਉਹਦਾ ਪੰਜਾਬ ਦੀਆਂ ਚੋਣਾਂ 'ਤੇ ਅਸਰ ਹੋਏਗਾ ਕਿਸੇ ਤਰ੍ਹਾਂ ਦੇ ਨਾਲ? ਕਿਉਂਕਿ ਉਸ ਨੂੰ ਡਾਇਰੈਕਟ ਪੰਜਾਬ ਦੀਆਂ ਚੋਣਾਂ ਦੇ ਨਾਲ ਰਿਲੇਟ ਕਰਕੇ ਇਸ ਲਈ ਦੇਖਿਆ ਜਾ ਰਿਹਾ ਕਿ ਜਿਹੜੀ ਪਹਿਲਾਂ ਹਾਈ ਕੋਰਟ ਦੀ ਆਬਜ਼ਰਵੇਸ਼ਨ ਸੀ, ਉਹਦੇ ਵਿੱਚ ਹਾਈ ਕੋਰਟ ਨੇ ਇਹ ਆਬਜ਼ਰਵੇਸ਼ਨ ਆਪਣੀ ਦਿੱਤੀ ਸੀਗੀ ਕਿ ਜੇ ਰਾਮ ਰਹੀਮ ਨੂੰ ਛੱਡਿਆ, ਇਸ ਨੂੰ ਦੁਬਾਰਾ ਗ੍ਰਿਫਤਾਰ ਕਰਨਾ ਵੀ ਔਖਾ ਹੋ ਸਕਦਾ ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣ ਸਕਦੀ ਹੈ। ਹੁਣ ਜਦੋਂ ਇਲੈਕਸ਼ਨਸ ਤੋਂ ਕੁਝ ਦਿਨ ਪਹਿਲਾਂ ਉਹਦੀ ਫਰਲੋ ਮਿਲਦੀ ਹੈ ਤੇ ਇਸ ਨੂੰ ਸਿੱਧਾ ਪੰਜਾਬ ਇਲੈਕਸ਼ਨਸ ਨਾਲ ਜੋੜ ਕੇ ਦੇਖਿਆ ਜਾ ਰਿਹਾ। ਦੇਖੋ, ਉਹ ਹਰਿਆਣੇ 'ਚ ਰਹਿੰਦੇ ਨੇ, ਹਰਿਆਣਾ ਸਰਕਾਰ ਦਾ ਫੈਸਲਾ ਹੈ, ਕਾਨੂੰਨ ਦੇ ਵਿੱਚ ਪ੍ਰੋਵੀਜ਼ਨਸ ਹੈ ਕਿ ਇਹਨੂੰ ਫਰਲੋ ਦੇਣੀ ਕਾਨੂੰਨੀ ਪ੍ਰਕਿਰਿਆ ਹੈ। ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਜੇ ਉਹਨੂੰ ਛੱਡਿਆ ਗਿਆ ਹੈ ਤਾਂ ਹਰ ਇੱਕ ਦਾ ਹੱਕ ਹੈ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਕੋਈ ਫਾਇਦਾ ਲੈਣਾ ਜਾਂ ਨੁਕਸਾਨ ਹੋਣਾ। ਇਹਦੇ ਵਿੱਚ ਮੇਰਾ ਨਹੀਂ ਸਮਝਦਾ ਕਿ ਅਸੀਂ ਇਹਨੂੰ ਕਾਨੂੰਨ ਇਹਦੇ ਨਾਲ ਇਲੈਕਸ਼ਨ ਨਾਲ ਜੋੜੀਏ। ਇੱਕ ਫੈਸਲਾ ਹੈ ਕਾਨੂੰਨ ਦੇ ਮੁਤਾਬਕ ਦੋਨੋਂ ਗੁਣ ਦੋਸ਼ 'ਤੇ ਲੈ ਕੇ ਹਰਿਆਣਾ ਸਰਕਾਰ ਨੇ ਕੀਤਾ ਔਰ ਉਹਦੀਆਂ ਸ਼ਰਤਾਂ ਵੀ ਨੇ। ਉਹ ਕੋਈ ਸਟੇਟਮੈਂਟ ਨਹੀਂ ਦੇਗਾ, ਹਰਿਆਣਾ ਇਸ ਤੋਂ ਬਾਹਰ ਨਹੀਂ ਜਾਏਗਾ। ਮੇਰਾ ਖਿਆਲ ਇਹਦੇ ਵਿੱਚ ਬਹੁਤਾ ਇਹਨੂੰ ਪੋਲਿਟਿਕਸ ਨਹੀਂ ਦੇਖਣੀ ਚਾਹੀਦੀ, ਇਹਨੂੰ ਇਲੈਕਸ਼ਨ ਨਾਲ ਜੋੜਨਾ ਮੇਰਾ ਖਿਆਲ ਠੀਕ ਨਹੀਂ ਹੋਏਗਾ। ਪਰ ਇਹਨੂੰ ਇਸ ਤਰ੍ਹਾਂ ਦੇ ਨਾਲ ਵੀ ਸੋਚਿਆ ਜਾ ਰਿਹਾ ਕਿ SGPC ਪ੍ਰਧਾਨ ਨੇ ਜਿਸ ਤਰ੍ਹਾਂ ਦੇ ਨਾਲ ਵਿਰੋਧ ਕੀਤਾ ਰਾਮ ਰਹੀਮ ਨੂੰ ਛੱਡਣ ਦਾ, ਬੀਜੇਪੀ ਨੇ ਆਪਣਾ ਸਟੈਂਡ ਚੇਂਜ ਕਰ ਲਿਆ। ਬੀਜੇਪੀ ਇਸ ਲਈ ਸ਼ਾਇਦ ਬੰਦੀ ਸਿੰਘਾਂ ਦੀ ਰਿਹਾਈ ਦੇ ਸਟੈਂਡ ਵਾਲੇ ਪਾਸੇ ਤੁਰ ਪਈ ਕਿਉਂਕਿ ਉਸ ਨੂੰ ਕੰਪਨਸੇਟ ਕਰਨਾ ਚਾਹੁੰਦੀ ਹੈ। ਨਹੀਂ, ਇਹ ਨਹੀਂ ਗੱਲ ਹੈ। ਅਸੀਂ ਮੈਂ ਤਾਂ ਹੁਣ ਗੱਲ ਹੋਈ ਆ, ਮੈਂ ਤਾਂ ਪਹਿਲਾਂ ਲਿਖਿਆ ਸੀ ਹੋਮ ਮਿਨਿਸਟਰ ਨੂੰ ਆਪਾਂ ਨੂੰ ਰਿਲੀਜ਼ ਕਰਨ ਦੀ ਸੋਚਣਾ, ਜਲਦੀ ਫੈਸਲਾ ਲੈਣਾ ਚਾਹੀਦਾ। ਬਾਕੀ ਇਹ ਨਹੀਂ ਵੀ ਇੱਕ SGPC ਇੱਕ ਵਾਰ ਕੋਈ ਸਟੈਂਡ ਲਵੇ, ਦੂਜੇ ਵਾਰ ਦੂਸਰਾ ਸਟੈਂਡ ਲਵੇ। ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਕਹਿੰਦੇ ਆ, ਉਹਨੂੰ ਨਾ ਛੱਡਣ ਦੀ ਗੱਲ ਕਹਿੰਦੇ ਆ। ਇਹ ਨਹੀਂ ਹੋ ਸਕਦਾ ਹੈ। ਸਟੈਂਡ ਤਾਂ ਇੱਕੋ ਲੈਣਾ ਚਾਹੀਦਾ, ਕਾਨੂੰਨ ਇੱਕੋ ਲਈ ਹੈ ਸਾਰਿਆਂ ਲਈ, ਸਾਰੇ ਲਈ। ਨਹੀਂ, ਕਿਉਂਕਿ SGPC ਪ੍ਰਧਾਨ ਦਾ ਬਿਆਨ ਆ ਗਿਆ ਸੀ ਉਸੇ ਸਮੇਂ ਵੀ ਇਹ ਗਲਤ ਡਿਸੀਜਨ ਹੈਗਾ, ਇਸ ਤੇ ਦੁਬਾਰਾ ਸੋਚਣਾ ਚਾਹੀਦਾ। ਕਿਸ ਚੀਜ਼ ਦਾ? ਰਾਮ ਰਹੀਮ ਨੂੰ ਜ਼ਮਾਨਤ ਦੇਣ ਦਾ। ਦੇਖੋ, ਇਹ ਫੈਸਲਾ ਕਾਨੂੰਨ ਦੇ ਮੁਤਾਬਕ ਹੈ, ਕਾਨੂੰਨ ਦੀ ਪ੍ਰਕਿਰਿਆ ਦੇ ਵਿੱਚ ਹੋਇਆ। ਇਸ ਕਰਕੇ ਜੋ ਕਾਨੂੰਨ ਹੈ ਉਹਦੇ ਮੁਤਾਬਕ ਫੈਸਲਾ ਹੋ ਰਿਹਾ ਔਰ ਇਹ ਤਾਂ ਜੋ ਕਾਨੂੰਨ ਦੇ ਮੁਤਾਬਕ ਫੈਸਲਾ ਕੀਤਾ ਗਿਆ ਉਹੀ ਕੀਤਾ ਜਾ ਠੀਕ ਹੈ। ਸੋਮ ਪ੍ਰਕਾਸ਼ ਜੀ, ਭਾਰਤ ਦਾ ਪਾਕਿਸਤਾਨ ਦੇ ਨਾਲ ਕਰੀਬ 600 ਕਿਲੋਮੀਟਰ ਦਾ ਬਾਰਡਰ ਲੱਗਦਾ ਜੀ। ਬੀਜੇਪੀ ਹੁਣ ਇਹ ਗੱਲ ਕਹਿ ਰਹੀ ਹੈ, ਬੀਜੇਪੀ ਵੀ ਜੇ ਪੰਜਾਬ ਸੁਰੱਖਿਅਤ ਹੈ, ਬਾਰਡਰ ਸੁਰੱਖਿਅਤ ਹੈ ਤਾਂ ਦੇਸ਼ ਸੁਰੱਖਿਅਤ ਹੈ। ਤੁਸੀਂ ਬੀਜੇਪੀ 'ਚ ਰਹਿੰਦਿਆਂ ਅਕਾਲੀ ਸਰਕਾਰ ਦੇ ਨਾਲ ਜਿਸ ਸਮੇਂ ਗੱਠਜੋੜ ਦੇ ਵਿੱਚ ਰਹੇ, ਉਸ ਸਮੇਂ ਇਸ ਤਰ੍ਹਾਂ ਦੀ ਇਨਸਿਕਿਉਰਿਟੀ ਜ਼ਾਹਿਰ ਨਹੀਂ ਕੀਤੀ ਗਈ ਕਿ ਬਾਰਡਰ 'ਤੇ, ਪੰਜਾਬ ਬਾਰਡਰ 'ਤੇ ਇਨਸਿਕਿਉਰਿਟੀ ਹੈਗੀ ਹੈ ਇਸ ਲੈਵਲ ਦੀ। ਤੁਹਾਨੂੰ ਕਿਉਂ ਲੱਗਦਾ ਕਿ ਹੁਣ ਇਹ ਇਨਸਿਕਿਉਰਿਟੀ ਪੈਦਾ ਕੀਤੀ ਜਾ ਰਹੀ ਹੈ, ਪੋਲੀਟੀਕਲੀ ਖੜੀ ਕੀਤੀ ਜਾ ਰਹੀ ਹੈ ਕਿ ਹੁਣ ਬਾਰਡਰ ਸੁਰੱਖਿਅਤ ਨਹੀਂ ਹੈਗੇ, ਹੁਣ ਸਿਰਫ ਬੀਜੇਪੀ ਸਟੇਟ 'ਚ ਜੇ ਰੂਲ ਕਰੇਗੀ ਤਾਂ ਬਾਰਡਰ ਸੁਰੱਖਿਅਤ ਨੇ, ਨਹੀਂ ਤੇ ਸਟੇਟ ਅਸਥਿਰ ਹੋ ਜੂ? ਐਸਾ ਨਹੀਂ ਹੈ। ਜੇ ਉਹ ਇਨਸਿਕਿਉਰਿਟੀ ਬਾਰਡਰ 'ਤੇ ਹੁੰਦੀ ਆ ਤਾਂ ਹੀ ਕਿਹਾ ਜਾਂਦਾ। ਜਦੋਂ ਪਾਕਿਸਤਾਨ ਤੋਂ ਡਰੋਨ ਆਉਂਦੇ ਨੇ, ਸਮਗਲਿੰਗ ਡਰੱਗਸ ਆਉਂਦੀਆਂ ਨੇ, ਦੂਸਰੇ ਹਥਿਆਰ ਆਉਂਦੇ ਨੇ, ਇਹ ਤਾਂ ਜੱਗ ਜਾ ਰਿਹਾ ਹੈ। ਟਿਫਨ ਬੰਬ ਆਉਂਦੇ ਨੇ। ਇਸ ਕਰਕੇ ਇਹਨੂੰ ਕਹਿਣਾ ਵੀ ਇਹਨੂੰ ਪੋਲਿਟਿਕਸ ਨਾਲ ਜੋੜਨਾ ਜਾਂ ਸਿਆਸਤ ਨਾਲ ਜੋੜਨਾ ਗਲਤ ਹੈ। ਜੇ ਆ ਰਹੇ ਨੇ ਤਾਂ ਹੀ ਕਿਹਾ ਜਾਂਦਾ। ਪਰ ਇਹ ਉਸ ਸਮੇਂ ਵੀ ਆਉਂਦੇ ਸੀਗੇ, ਮੈਨੂੰ ਪਤਾ ਹੈ ਜਿਸ ਸਮੇਂ ਤੁਸੀਂ CPSC ਅਸੀਂ ਗਰਾਊਂਡ ਤੋਂ ਕਵਰ ਕਰਦੇ ਰਹੇ, ਇਹ ਉਸ ਸਮੇਂ ਵੀ ਆਉਂਦੇ ਸੀ, ਉਸ ਸਮੇਂ ਵੀ ਡਰੱਗਸ ਆਉਂਦੀ ਸੀ, ਉਸ ਸਮੇਂ ਵੀ ਹਥਿਆਰ ਆਉਂਦੇ ਸੀਗੇ। ਪਰ ਉਸ ਸਮੇਂ ਇਹ ਚੀਜ਼, ਇਹ ਗੱਲ ਨਹੀਂ ਕੀਤੀ ਜਾਂਦੀ ਸੀ, ਇਹ ਨੈਰੇਟਿਵ ਨਹੀਂ ਬਣਦਾ ਸੀਗਾ ਕਿ ਬਾਰਡਰ ਸਿਕਿਉਰ ਨਹੀਂ ਹੈਗਾ। ਦੇਖੋ, ਹੁਣ
ਜਿੱਦਾਂ ਐਡਵਾਂਸਮੈਂਟ ਹੋ ਰਹੀ ਆ, ਡਰੋਨਸ ਵਗੈਰਾ ਆ ਗਏ ਨੇ, ਉਹਦੇ ਨਾਲ ਬਹੁਤ ਸਾਰੇ ਹਥਿਆਰ ਆਉਣੇ ਸ਼ੁਰੂ ਹੋ ਗਏ ਨੇ। ਆਪਾਂ ਵੀ ਅੱਖਾਂ ਮੀਚ ਕੇ ਬੈਠ ਨਹੀਂ ਸਕਦੇ ਹੈ। ਵੀ ਹੈਵ ਟੂ ਬੀ ਵੈਰੀ ਕੌਨਸ਼ੀਅਸ। ਜਦੋਂ ਦੇਸ਼ ਦਾ ਮਸਲਾ ਆ ਜਾਏ, ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਹੋਵੇ, ਉਹ ਸਾਰੀਆਂ ਪਾਰਟੀਆਂ ਦੀ ਸੋਚ ਇੱਕੋ ਜਿਹੀ ਹੋਣੀ ਚਾਹੀਦੀ ਆ, ਨਾ ਕਿ ਬੀਜੇਪੀ ਕਰਕੇ ਜਾਂ ਦੂਜੇ ਕਰਕੇ। ਕਿਸੇ ਦੀ ਸਰਕਾਰ ਹੋਵੇ, ਸਰਕਾਰਾਂ ਆਉਂਦੀਆਂ ਜਾਂਦੀਆਂ, ਸਰਕਾਰਾਂ ਜਾਂਦੀਆਂ ਵੀ ਹੈ, ਸਰਕਾਰਾਂ ਆਉਂਦੀਆਂ ਵੀ ਹੈ, ਲੇਕਿਨ ਦੇਸ਼ ਦੀ ਰੱਖਿਆ ਸਭ ਤੋਂ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਹੈ ਸੁਰੱਖਿਆ ਹੋਣੀ, ਸਾਰੇ ਦੇਸ਼ ਦੀ ਸੁਰੱਖਿਆ ਹੋਣੀ, ਆ ਬਾਰਡਰ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਚਾਹੇ ਬੀਜੇਪੀ ਦੀ ਸਰਕਾਰ ਹੋਵੇ ਜਾਂ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ, ਸਭ ਤੋਂ ਪ੍ਰਾਈਮ ਗੱਲ ਤਾਂ ਸੁਰੱਖਿਆ ਹੈ। ਇੱਕ ਸਵਾਲ ਅਸੀਂ ਆਡੀਅנס ਦੇ ਵਿੱਚੋਂ ਲੈ ਲੈਂਦੇ ਹਾਂ। सोम प्रकाश जी नमस्कार जी। ਨਮਸਕਾਰ। ਸੋਮ ਪ੍ਰਕਾਸ਼ ਜੀ, ਬੀਜੇਪੀ 3 ਕ੍ਰਿਸ਼ੀ ਕਾਨੂੰਨ ਬਿੱਲ ਲੈ ਕੇ ਆਈ ਸੀ ਔਰ ਇਹਨਾਂ ਤਿੰਨਾਂ ਬਿੱਲਾਂ ਦਾ ਸਭ ਤੋਂ ਜ਼ਿਆਦਾ ਡੈਂਟ ਬੀਜੇਪੀ ਨੂੰ ਪੰਜਾਬ ਦੇ ਵਿੱਚ ਪਿਆ। ਸਿੱਖ ਕਮਿਊਨਿਟੀ ਹੋਵੇ ਚਾਹੇ ਕਿਸਾਨ ਜਥੇਬੰਦੀਆਂ ਹੋਣ, ਇਹ ਸਾਰੇ ਇੱਕ ਤਰ੍ਹਾਂ ਦੇ ਵਿਰੋਧੀ ਹੋ ਗਏ ਬੀਜੇਪੀ ਦੇ। ਕੱਲ ਪ੍ਰਧਾਨ ਮੰਤਰੀ ਜੀ ਨੇ ਦੁਬਾਰਾ ਆਪਣੀ ਵਰਚੁਅਲ ਰੈਲੀ ਕੀਤੀ, ਉਹਦੇ ਵਿੱਚ ਇਹ ਕਿਹਾ ਕਿ ਕਿਸਾਨਾਂ ਦੀ ਆਏ ਅਸੀਂ ਦੁਬਾਰਾ ਦੁੱਗਣੀ ਕਰਨ ਦਾ ਪ੍ਰਯਾਸ ਕਰਾਂਗੇ। ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਵਕਤਵਿਆਂ ਨੂੰ ਕਿਸਾਨ ਕਿਸ ਤਰ੍ਹਾਂ ਹੁਣ ਵਿਸ਼ਵਾਸ ਕਰ ਸਕਦੇ ਨੇ? ਦੇਖੋ, ਕਿਸਾਨਾਂ ਦੀ ਆਏ ਦੁੱਗਣੀ ਕਰਨਾ, 3 ਕਾਨੂੰਨ ਬਣਾਉਣ ਦੀ ਗੱਲ ਕਰੀ। ਸਭ ਤੋਂ ਪਹਿਲਾਂ 3 ਕਾਨੂੰਨ ਜਿਹੜੇ ਬਣੇ ਸੀ, ਨਿਸ਼ਚਿਤ ਤੌਰ 'ਤੇ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਸੀ, ਸਾਡਾ ਦੀਏ ਦੀ ਲਾਈਟ ਵਾਂਗੂ ਸਾਡਾ ਬਿਲਕੁਲ ਸਾਫ਼ ਸੁਥਰੀ ਗੱਲ ਸੀ ਕਿ ਇਹ ਕਿਸਾਨਾਂ ਲਈ ਅਸੀਂ ਠੀਕ ਕਾਨੂੰਨ ਬਣਾਏ ਸੀ, ਲੇਕਿਨ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਔਰ ਇਸ ਕਰਕੇ ਉਹਨਾਂ ਨੇ ਮਾਫੀ ਵੀ ਮੰਗੀ ਤੇ ਕਾਨੂੰਨ ਵਾਪਸ ਵੀ ਲਏ। ਸਟਿਲ ਅਸੀਂ ਇਹ ਸੋਚ ਇਹੀ ਹੈ ਕਿ ਕਿਸਾਨਾਂ ਲਈ ਉਹ ਫਾਇਦੇਮੰਦ ਕਾਨੂੰਨ ਸੀ, ਪਰ ਕਿਉਂਕਿ ਕਿਸਾਨਾਂ ਨੂੰ ਠੀਕ ਨਹੀਂ ਸਮਝਾ ਸਕੇ, ਉਹਨਾਂ ਨੇ ਵਾਪਸ ਲੈ ਲਏ। ਦੇਸ਼ ਦੇ ਵਡੇਰੇ ਹਿੱਤਾਂ ਵਿੱਚ ਦੇਸ਼ ਲਈ ਉਹਨਾਂ ਨੇ ਵਾਪਸ ਲਏ ਨੇ। ਇਹ ਨਹੀਂ ਕੋਈ ਵੀ ਸਰਕਾਰ ਕਿਸੇ ਕਿਸਾਨਾਂ ਦੇ ਉਲਟ ਕਾਨੂੰਨ ਕਿਉਂ ਬਣਾਏਗੀ। ਉਹੀ ਕਾਨੂੰਨ ਜਿਹੜੇ ਸਰਦਾਰ ਮਨਮੋਹਨ ਸਿੰਘ ਕਹਿੰਦੇ ਸੀ ਬਣਨੇ ਚਾਹੀਦੇ ਆ, ਉਹੀ ਕਾਨੂੰਨ ਜਿਹੜੇ ਉਹਨਾਂ ਦੇ ਮੈਨੀਫੈਸਟੋ ਸੀ ਕਾਂਗਰਸ ਦੇ ਵਿੱਚ, ਜਿਹੜਾ ਮਨਮੋਹਨ ਸਿੰਘ ਨੇ ਰਿਲੀਜ਼ ਕੀਤਾ ਸੀ ਵੀ ਕਾਨੂੰਨ ਅਸੀਂ ਇਹ ਬਣਾਵਾਂਗੇ, ਉਹੀ ਕਾਨੂੰਨ ਜਿਹੜੇ ਪੰਜਾਬ ਵਿੱਚ ਵੀ ਅਕਾਲੀ ਦਲ ਨੇ ਵੀ ਬਣਾਏ ਸੀ। ਪਰੰਤੂ ਜਦੋਂ ਜਿਹੜਾ ਉਹ ਬਣਾ ਨਹੀਂ ਸਕੇ, ਅਸੀਂ ਬਣਾ ਦਿੱਤੇ। ਗੱਲ ਤਾਂ ਇੰਨੀ ਸੀ। ਇਹ ਨਿਸ਼ਚਿਤ ਹੈ ਕਿ ਕਾਨੂੰਨ ਜਿਹੜੇ ਸੀ ਉਹ ਲੋਕ ਕਿਸਾਨ ਦੇ ਭਲੇ ਲਈ ਸੀਗੇ, ਪਰ ਅਸੀਂ ਉਹਨਾਂ ਨੂੰ ਨਹੀਂ ਸਮਝਾ ਸਕੇ, ਇਸ ਕਰਕੇ ਵਾਪਸ ਲੈ ਲਏ। ਸੋਮ ਪ੍ਰਕਾਸ਼ ਜੀ, ਪਰ ਜਿਹੜੀ ਪੀਐਮ ਰੈਲੀ ਦੀ ਆਪਾਂ ਗੱਲ ਕਰ ਰਹੇ ਹਾਂ, ਵਰਚੁਅਲ ਰੈਲੀ ਦੀ, ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ 84 ਦੇ ਦੰਗਿਆਂ ਦਾ ਵੀ ਉਸ 'ਚ ਜ਼ਿਕਰ ਕੀਤਾ, ਡਰੱਗਸ ਦਾ ਜ਼ਿਕਰ ਕੀਤਾ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ, ਉਹਦਾ ਜ਼ਿਕਰ ਕੀਤਾ। ਡਰੱਗਸ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਔਰ ਆਮ ਆਦਮੀ ਪਾਰਟੀ ਦੋਨਾਂ ਦੇ ਬਹੁਤ ਸਾਰੇ ਨਿਸ਼ਾਨੇ ਲਾਏ, ਪਰ ਅਕਾਲੀ ਦਲ ਦੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਆਮ ਤੌਰ ਤੇ ਇਹ ਸ਼ੱਕੀ ਰਹਿੰਦਾ, ਅਕਾਲੀ ਦਲ ਤੇ ਬੀਜੇਪੀ ਦਾ ਤੋੜ ਵਿਛੋੜਾ ਨਾ ਸ਼ੱਕੀ ਰਹਿੰਦਾ। ਪ੍ਰਧਾਨ ਮੰਤਰੀ ਨੇ ਅਕਾਲੀ ਦਲ ਦੇ ਬਾਰੇ ਪੋਜ਼ਿਟਿਵ ਔਰ ਨੈਗੇਟਿਵ ਦੋਨਾਂ ਦੇ ਵਿੱਚੋਂ ਕੋਈ ਇੱਕ ਸ਼ਬਦ ਨਹੀਂ ਬੋਲਿਆ, ਇਹ ਕਿਉਂ? ਦੇਖੋ, 1984 ਜਿਹੜੇ ਦੰਗੇ ਹੋਏ ਦਿੱਲੀ ਵਿੱਚ ਔਰ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ, ਬਹੁਤ ਵੱਡਾ ਕਤਲੇਆਮ ਇਸ ਕਿਸਮ ਦਾ ਹੋਇਆ ਔਰ ਬਹੁਤ ਜ਼ਿਆਦਾ ਕਤਲੇਆਮ ਹੋਇਆ। ਔਰ ਅਸੀਂ ਦੇਖ ਸਕਦੇ ਹਾਂ ਕਿ 84 ਦੇ ਦੰਗਿਆਂ ਵਿੱਚ ਕੀ ਹੋਇਆ, ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਔਰ ਇਹਦੇ ਰਾਹੀਂ ਜੋ ਵੀ ਹੈ ਉਹ ਤੁਹਾਨੂੰ ਦੱਸਿਆ ਗਿਆ ਹੈ। 1984 ਦੇ ਵਿੱਚ ਜਿਹੜੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਔਰ ਉਹਦੀ ਕਿਸੇ ਨੇ ਕਿੰਨੇ ਸਾਲ ਸਿੱਖ ਕਮਿਊਨਿਟੀ ਜਾਂ ਪੰਜਾਬੀ ਸਾਰੇ ਇਹ ਸੋਚ ਰਹੇ ਸਾਡਾ ਇਨਸਾਫ ਕਿਵੇਂ ਹੋਏਗਾ। ਕਿਸੇ ਨੇ ਸੋਚਿਆ ਨਹੀਂ, ਕਿੰਨੀਆਂ ਸਰਕਾਰਾਂ ਬਦਲੀਆਂ ਔਰ ਇਹ ਮੋਦੀ ਸਾਹਿਬ ਨੇ ਸਿੱਟ ਬਣਾ ਕੇ ਉਹਨਾਂ ਨੂੰ ਸਜ਼ਾ ਦਵਾਈ। ਇਹ ਪਹਿਲੀ ਵਾਰ ਹੋਇਆ। ਔਰ ਹਾਂਜੀ, ਸੱਜਣ ਕੁਮਾਰ ਨੂੰ ਸਜ਼ਾ ਦਿੱਤੀ। ਇਹ ਥੋੜ੍ਹੀ ਮਨ ਨੂੰ ਸ਼ਾਂਤੀ ਹੋਈ ਸਿੱਖ ਕਮਿਊਨਿਟੀ ਦੇ। ਇਸੇ ਤਰ੍ਹਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦੇ ਹਾਂ। ਕਰਤਾਰਪੁਰ ਕੋਰੀਡੋਰ 75 ਸਾਲ ਆਪਾਂ ਅਰਦਾਸਾਂ ਕਰਦੇ ਰਹੇ, ਜਿਸ ਗੁਰਦੁਆਰੇ ਦੀ ਸਾਨੂੰ ਦਰਸ਼ਨ ਦੀਦਾਰ ਦੀ ਗੱਲ ਕਰਦੇ ਰਹੇ ਔਰ ਇਹ ਮੋਦੀ ਸਾਹਿਬ ਦੇ ਵੇਲੇ ਹੀ ਕੋਰੀਡੋਰ ਖੁੱਲ੍ਹਿਆ। ਔਰ ਹੋਰ ਕਿੰਨੇ ਕੰਮ ਕੀਤੇ ਨੇ, ਲੰਗਰ ਦੀ ਜਿਹੜਾ ਤੇ ਟੈਕਸ ਖਤਮ ਕੀਤਾ, ਬਹੁਤ ਕਾਲੀ ਸੂਚੀ ਖਤਮ ਕੀਤੀ ਜਿਹੜੇ ਬਾਹਰੋਂ ਆਉਣ ਦੀ। ਜੇ ਇੰਨੇ ਕੰਮ ਕਿਸੇ ਵੀ ਸਰਕਾਰ ਵੇਲੇ ਕਦੇ ਹੋਏ ਨੇ। ਇਸ ਕੇ ਸਿੱਖ ਜੇ ਅਕਾਲੀ ਦਲ ਕੁਛ ਕਹੇ ਜਾਂ ਨਾ ਕਹੇ, ਕੋਈ ਹੋਰ ਸਿੱਖ ਕਮੇਟੀ ਮੋਦੀ ਸਾਹਿਬ ਦੇ ਮਨ ਵਿੱਚ ਵਿਸ਼ੇਸ਼ ਇੱਕ ਪਿਆਰ ਹੈ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ ਔਰ ਉਹ ਕਰਦੇ ਨੇ, ਜਦੋਂ ਕਰਦੇ ਰਹਿਣਗੇ ਕਿਉਂਕਿ ਉਹਨਾਂ ਦੇ ਮਨ 'ਚ ਹਮੇਸ਼ਾ ਹੈ ਕਿ ਸਿੱਖ ਕੌਮ ਹੈ ਜਿਹੜੀ ਕੌਮ ਹੈ ਜਿਹਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਦੇਸ਼ ਦੀ ਖਾਤਰ, ਦੇਸ਼ ਦੀ ਆਜ਼ਾਦੀ ਦੀ ਖਾਤਰ। ਔਰ ਹਮੇਸ਼ਾ ਚਾਹੇ ਫੌਜ ਦੇ ਵਿੱਚ ਹੋਣ,
ਲਾਭ ਜਵਾਬ ਕੁਰਬਾਨੀਆਂ ਜਿੱਦਾਂ ਹੀ ਕੁਰਬਾਨੀਆਂ ਸਿੱਖ ਇਤਿਹਾਸ ਵਿੱਚ ਨੇ ਦਿੱਤੀਆਂ, ਇੰਨੀਆਂ ਹੋਰ ਕਿਸੇ ਕੌਮ ਦੇ ਹਿੱਸੇ ਇੰਨੀ ਕੁਰਬਾਨੀ ਆਈ ਨਹੀਂ। ਇਸ ਕਰਕੇ ਇਹਨਾਂ ਲਈ ਵਿਸ਼ੇਸ਼ ਧਿਆਨ ਰੱਖਣਾ ਉਹ ਜ਼ਰੂਰੀ ਹੈ, ਔਰ ਮੋਦੀ ਸਾਹਿਬ ਇਸ ਦਾ ਵਿਸ਼ੇਸ਼ ਧਿਆਨ ਰੱਖਦੇ ਵੀ ਨੇ। ਇੱਕ ਸਵਾਲ ਮੈਂ ਨਰੇਸ਼ ਗੁਜਰਾਲ ਸਾਹਿਬ ਤੋਂ ਪੁੱਛਿਆ ਸੀਗਾ ਕਿ ਸਿੱਖਾਂ ਦੇ ਲਈ ਮੋਦੀ ਗਵਰਨਮੈਂਟ ਨੇ ਇੰਨੇ ਡਿਸੀਜਨ ਲਏ, ਪਰ ਫਿਰ ਵੀ ਸਿੱਖ ਸੈਕਸ਼ਨ ਜਿਹੜਾ ਬੀਜੇਪੀ ਦੇ ਨਾਲ ਉਹਨਾਂ ਜੁੜ ਨਹੀਂ ਸਕਿਆ। ਇਹ ਸਵਾਲ ਮੈਂ ਪਲਟ ਕੇ ਤੁਹਾਡੇ ਤੋਂ ਪੁੱਛਦਾ, ਦਲਿਤ ਲੀਡਰ ਹੋ ਤੁਸੀਂ ਪੰਜਾਬ ਦੇ ਬਹੁਤ ਵੱਡੇ, ਦਲਿਤ ਕਮਿਊਨਿਟੀ ਵੀ ਉਸ ਤਰ੍ਹਾਂ ਦੇ ਨਾਲ ਬੀਜੇਪੀ ਦੇ ਨਾਲ ਜੁੜ ਨਹੀਂ ਪਾਈ ਜਿਸ ਤਰ੍ਹਾਂ ਦੇ ਨਾਲ ਸ਼ਾਇਦ ਜੁੜਨੀ ਚਾਹੀਦੀ ਸੀਗੀ। ਤੁਹਾਨੂੰ ਕੀ ਲੱਗਦਾ ਹੈਗਾ ਕਿ ਦਲਿਤਾਂ ਦਾ ਔਰ ਬੀਜੇਪੀ ਦਾ ਗੈਪ ਇੰਨਾ ਕਿਉਂ ਰਹਿ ਗਿਆ ਪੰਜਾਬ ਦੇ ਵਿੱਚ? ਦੇਖੋ, ਇਹ ਮੈਂ ਸਮਝਦਾ ਹੌਲੀ ਹੌਲੀ ਗੱਲ ਅੱਗੇ ਜਾਏਗੀ। ਦਲਿਤਾਂ ਦੇ ਜੇ ਡਾਕਟਰ ਅੰਬੇਦਕਰ ਸਾਹਿਬ ਦੀ ਗੱਲ ਕਰੀਏ, ਡਾਕਟਰ ਅੰਬੇਦਕਰ ਸਾਹਿਬ ਦਾ ਜੇ ਭਾਰਤ ਰਤਨ ਮਿਲਿਆ ਕਾਂਗਰਸ ਨੇ ਨਹੀਂ ਦਿੱਤਾ, ਬੀਪੀ ਸਿੰਘ ਦੀ ਸਰਕਾਰ ਵੇਲੇ ਮਿਲਿਆ। ਉਹਨਾਂ ਦੀ ਤਾਂ ਉੱਤੇ ਗੈਲਰੀ 'ਚ ਫੋਟੋ ਵੀ ਨਹੀਂ ਲੱਗੀ ਸੀ, ਉਹ ਵੀ ਉਹਨਾਂ ਦੇ ਵੇਲੇ ਲੱਗੀ। ਔਰ 5 ਤੀਰਥ ਨੇ ਜਿਹੜੇ ਉਹਨਾਂ ਦੇ ਬਰਥ ਪਲੇਸ ਮਊ ਵਿਖੇ, ਉੱਥੇ ਬੜਾ ਸਮਾਰਕ ਬਣਿਆ, ਉਹ ਵਾਜਪਾਈ ਸਾਹਿਬ ਵੇਲੇ ਬਣਿਆ। ਜਿੱਥੇ ਉਹਨਾਂ ਨੇ ਦੀਕਸ਼ਾ ਲਈ ਨਾਗਪੁਰ, ਉਹ ਵੀ ਵਾਜਪਾਈ ਸਾਹਿਬ ਵੇਲੇ ਬਣਿਆ। ਜਿੱਥੇ ਉਹਦੀ ਡੈਥ ਹੋਈ ਉਹ ਵੀ ਸਮਾਰਕ ਉੱਥੇ ਵੀ ਉਹਨਾਂ ਨੇ ਬਣਾਇਆ। ਅਤੇ ਜਿੱਥੇ ਉਹਦਾ ਬੈਠ ਕੇ ਕੌਂਸਟੀਟਿਊਸ਼ਨ ਲਿਖਿਆ ਦਿੱਲੀ ਵਿੱਚ, ਉਹ ਵੀ ਸਮਾਰਕ ਬਣਿਆ। ਇੰਗਲੈਂਡ 'ਚ ਜਿੱਥੇ ਪੜ੍ਹੇ 5ਵਾਂ ਸਮਾਰਕ ਉੱਤੇ, ਇਹ ਸਾਰੇ ਬੀਜੇਪੀ ਦੇ ਵੇਲੇ ਬਣਿਆ, ਕਿਉਂਕਿ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ। ਡਾਕਟਰ ਅੰਬੇਦਕਰ ਸਾਹਿਬ ਦਾ ਪ੍ਰੇਰਨਾ ਸਰੋਤ ਨੇ ਸਾਡੀ ਪਾਰਟੀ ਲਈ। ਔਰ ਬਾਕੀ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਵੇ, ਔਰ 85 ਜਦੋਂ ਲੋਕੀ ਜਨਰਲ ਵਰਗ ਦੇ ਕਈ ਲੋਕੀ ਇਹਨੂੰ ਬੁਰਾ ਵੀ ਮੰਨਦੇ ਹੋਣਗੇ, ਜਦੋਂ ਰੈਜ਼ਰਵੇਸ਼ਨ ਲਈ 85ਵੀਂ ਸੋਧ ਤੇ ਲੈ ਕੇ ਆਏ ਆ, ਉਹ ਵੀ ਵਾਜਪਾਈ ਸਾਹਿਬ ਦੇ ਵੇਲੇ ਹੋਈ। ਸੋ ਜਦੋਂ ਵੀ ਕਾਨੂੰਨ 'ਚ ਲੋੜ, ਸੰਵਿਧਾਨ ਨੂੰ ਵੀ ਚੇਂਜ ਕਰਨ ਦੀ ਲੋੜ ਪਈ ਤਾਂ ਐਸੀ ਸਮਾਜ ਲਈ ਬੀਜੇਪੀ ਨੇ ਕੀਤਾ, ਔਰ ਇਹ ਜਦੋਂ ਵੀ ਸਮਝਦੇ ਨੇ ਕਰਨ ਦੀ ਲੋੜ ਹੈ ਕੀਤਾ ਜਾਏਗਾ। ਤਾਂ ਮੈਂ ਇਹੀ ਸਵਾਲ ਹੈਗਾ ਸੋਮ ਪ੍ਰਕਾਸ਼ ਜੀ, ਇਹ ਮੈਸੇਜ ਜਿੰਨੀਆਂ ਚੀਜ਼ਾਂ ਤੁਸੀਂ ਗਿਣਾ ਰਹੇ ਹੋ, ਠੀਕ ਹੈ, ਸਟੈਚੂ ਬਣਾ ਦੇਣਾ ਔਰ ਕਮਿਊਨਿਟੀ ਚੁੱਕਣਾ ਦੋ ਵੱਖਰੀਆਂ ਚੀਜ਼ਾਂ ਨੇ। ਤੁਹਾਨੂੰ ਲੱਗਦਾ ਕਿ ਉਹ ਚੀਜ਼ ਜਿੰਨਾ ਤੁਸੀਂ ਦੱਸ ਰਹੇ ਹੋ ਕਿ ਸਿੱਖ ਭਾਈਚਾਰੇ ਦੇ ਲਈ ਇਹ ਚੀਜ਼ਾਂ ਕੀਤੀਆਂ, ਉਹ ਕੁਛ ਦੇ ਵਿੱਚ ਡਾਇਰੈਕਟ ਬੈਨੀਫਿਟ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ, ਇਹ ਵਾਲਾ ਜਿਹੜਾ ਡਾਇਰੈਕਟ ਬੈਨੀਫਿਟ ਦਲਿਤ ਭਾਈਚਾਰਾ ਸਮਝ ਨਹੀਂ ਪਾਇਆ, ਮਹਿਸੂਸ ਨਹੀਂ ਕਰ ਪਾਇਆ ਜਾਂ ਉਹਨੂੰ ਮਿਲ ਨਹੀਂ ਪਾਇਆ, ਉਹ ਇੱਕ ਕਾਰਨ ਰਹਿ ਗਿਆ ਗੈਪ ਦਾ ਬੀਜੇਪੀ ਔਰ ਦਲਿਤ ਕਮਿਊਨਿਟੀ ਦੇ ਵਿੱਚ। ਪੰਜਾਬ ਦੇ ਵਿੱਚ 33-34% SC ST ਵੋਟਸ ਨੇ। ਦੇਖੋ, ਤੁਸੀਂ ਕਹਿੰਦੇ ਸਟੈਚੂ ਬਣਾਉਣਾ ਜਾਂ ਸਮਾਰਕ ਬਣਾਉਣਾ ਹੋਰ ਚੀਜ਼ ਹੈ, ਡਾਇਰੈਕਟ ਬੈਨੀਫਿਟ ਦੇਣਾ ਹੋਰ ਚੀਜ਼ ਹੈ। ਪੰਜਾਬ ਵਿੱਚ ਸਾਰੇ ਹਿੰਦੁਸਤਾਨ 'ਚ 9 ਕਰੋੜ ਟਾਇਲਟਸ ਘਰਾਂ 'ਚ ਬਣੀਆਂ, ਬਹੁਤਾ ਐਸੀ ਲੋਕਾਂ ਨੂੰ ਫਾਇਦਾ ਹੋਇਆ। ਅਤੇ ਦੂਜੇ ਜਿਹਨੇ ਘਰ ਬਣਾ ਕੇ ਦਿੱਤਾ 2.5 ਕਰੋੜ, ਉਹ ਵੀ ਬਹੁਤੇ ਐਸੀ ਲੋਕਾਂ ਨੂੰ ਫਾਇਦਾ ਹੋਇਆ। ਇਸੇ ਤਰ੍ਹਾਂ ਹੋਰ ਜਿਹੜੇ ਵੀ ਬੈਨੀਫਿਟ ਇਸ ਤਰ੍ਹਾਂ ਦੇ ਹੈ। ਔਰ ਪੰਜਾਬ ਵਿੱਚ 1 ਕਰੋੜ 42 ਲੱਖ ਲੋਕ ਨੇ ਜਿਨ੍ਹਾਂ ਨੂੰ ਮੁਫਤ ਰਾਸ਼ਨ ਦਿੱਤਾ ਪਿਛਲੇ 1 ਸਾਲ 1.5 ਸਾਲ ਤੋਂ ਜਦੋਂ ਸ਼ੁਰੂ ਹੋਇਆ। 1 ਕਰੋੜ 42 ਲੱਖ ਲੋਕਾਂ ਨੂੰ ਮੁਫਤ ਰਾਸ਼ਨ ਮਿਲਦਾ। ਸਾਰੇ ਇੰਡੀਆ 'ਚ 80 ਕਰੋੜ ਲੋਕਾਂ ਨੂੰ ਰਾਸ਼ਨ ਮੁਫਤ ਮਿਲਦਾ। ਇਹ ਗਰੀਬ ਜਨਤਾ ਹੀ ਆ ਜਾਂ ਦਲਿਤ ਸਮਾਜ ਹੀ ਆ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਬੈਨੀਫਿਟ ਇਹਦਾ ਹੁੰਦਾ। ਇਸ ਕਰਕੇ ਇਹ ਕਹਿਣਾ ਬਈ ਸਿਰਫ ਸਟੈਚੂ ਬਣਾਉਣ ਤੱਕ ਜਿਹੜਾ ਕੁਛ ਹੈ, ਸੱਚਮੁੱਚ ਗਰੀਬ ਦੀ ਜੇ ਬਾਂਹ ਫੜੀ ਹੈ ਤਾਂ ਇਹ ਮੋਦੀ ਸਰਕਾਰ ਨੇ ਫੜੀ ਹੈ। ਪੰਜਾਬ ਦੇ ਵਿੱਚ ਬੀਜੇਪੀ ਉਹ ਪਾਰਟੀ ਸੀ ਜਿਹਨੇ ਸਭ ਤੋਂ ਪਹਿਲਾਂ ਕਿਹਾ ਕਿ ਸਾਡੀ ਸਰਕਾਰ ਆਏਗੀ ਤੇ ਅਸੀਂ ਇੱਕ ਦਲਿਤ CM ਬਣਾਵਾਂਗੇ। ਕਾਂਗਰਸ ਨੇ ਦਲਿਤ CM ਬਣਾ ਦਿੱਤਾ, ਬੀਜੇਪੀ ਦੁਬਾਰਾ ਬੋਲੀ ਨਹੀਂ, ਚੁੱਪੀ ਕਰ ਗਈ। ਬੀਜੇਪੀ ਨੇ ਉਹ ਏਜੰਡਾ ਛੱਡ ਦਿੱਤਾ। ਨਹੀਂ, ਐਸਾ ਏਜੰਡਾ ਕਦੇ ਫੜਿਆ ਵੀ ਨਹੀਂ ਸੀਗਾ। ਸਟੇਟਮੈਂਟ ਆਈ ਤੁਹਾਡੇ ਨੈਸ਼ਨਲ ਸੈਕਟਰੀ ਤਰੁਣ ਚੁੱਗ ਦੀ ਔਨ ਰਿਕਾਰਡ। ਉਹਦਾ ਨਿੱਜੀ ਸਟੇਟਮੈਂਟ ਹੋਏਗੀ, ਔਰ ਇਹਦੇ ਬਾਰੇ ਤਾਂ ਨਿੱਜੀ ਤੌਰ 'ਤੇ ਉਹਨਾਂ ਕਿਹਾ ਹੋਵੇਗਾ, ਪਰ ਕਦੇ ਵੀ ਪੰਜਾਬ ਵਿੱਚ ਜਾਂ ਇਹ ਇਸ ਤਰ੍ਹਾਂ ਨਹੀਂ ਸੋਚਿਆ ਗਿਆ ਕਿ ਅਸੀਂ ਇਸ ਤਰ੍ਹਾਂ ਕਰਨਾ ਹੈ। ਦਲਿਤ CM ਬਾਰੇ ਉਹਨਾਂ ਨੇ ਸੋਚਿਆ। ਇਹ ਸਾਡੀ ਪਾਰਟੀ 'ਚ ਹੈ ਵੀ ਨਹੀਂ ਇਸ ਤਰ੍ਹਾਂ ਦਾ। ਜੋ ਵੀ ਫੈਸਲਾ ਹੋਣਾ ਇਲੈਕਸ਼ਨ ਤੋਂ ਬਾਅਦ ਜਿਹੜਾ ਠੀਕ ਸਮਝਣਗੇ ਉਹਦੇ ਮੁਤਾਬਕ MLA ਫੈਸਲਾ ਕਰਦੇ, ਨਾ ਕਿ ਅਸੀਂ ਫੇਸ ਲੈ ਕੇ ਫੈਸਲਾ ਨਹੀਂ ਕਰਦੇ। ਅਸੀਂ ਆਡੀਅנס ਦੇ ਵਿੱਚੋਂ ਇੱਕ ਸਵਾਲ ਲੈ ਲੈਂਦੇ ਜੀ। ਅਨੂ ਜੀ। हेलो, सोम प्रकाश जी नमस्कार। ਨਮਸਕਾਰ। सर मेरा सवाल ਪਹਿਲੇ ਵਾਲੇ ਸਵਾਲ ਨਾਲ ਥੋੜਾ ਜਿਹਾ ਰਲਦਾ, ਜਿਹੜਾ ਕਿਸਾਨ ਅੰਦੋਲਨ ਨੂੰ ਲੈ ਕੇ ਪੁੱਛਿਆ ਗਿਆ ਸੀ। ਉਹਦੇ 'ਚ ਤੁਸੀਂ ਇੱਕ ਗੱਲ ਕਹੀ ਕਿ ਮੋਦੀ ਜੀ ਨੇ ਜਦੋਂ ਕਾਨੂੰਨ ਵਾਪਸ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਮਝਾ ਨਹੀਂ ਸਕੇ। ਮੇਰਾ ਇੱਕ ਸਵਾਲ ਤਾਂ ਇਹੀ ਹੈ ਕਿ ਕਿਆ ਉਹ ਕਾਨੂੰਨਾਂ ਬਾਰੇ ਸਮਝਾਉਣਾ ਸਿਰਫ ਮੋਦੀ ਜੀ ਦੀ ਜ਼ਿੰਮੇਵਾਰੀ ਸੀ?
ਪੰਜਾਬ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਕਿਸਾਨ ਅੰਦੋਲਨ ਦੇ ਨਾਲ। ਕਿਆ ਪੰਜਾਬ ਦੀ ਲੀਡਰਸ਼ਿਪ ਜਿਹੜੀ ਸੀ ਬੀਜੇਪੀ ਦੀ, ਉਹ ਸਮਝਾਉਣ 'ਚ ਪੂਰੀ ਤਰ੍ਹਾਂ ਫੇਲ ਨਹੀਂ ਹੋਈ? ਕਿਆ ਤੁਸੀਂ ਵੀ ਜ਼ਿੰਮੇਦਾਰ ਨਹੀਂ ਹੈਗੇ ਉਹਨਾਂ ਨੂੰ ਨਾ ਸਮਝਾਉਣ ਦੇ ਵਿੱਚ? ਦੂਸਰਾ ਸਵਾਲ, ਕਿਸਾਨ ਅੰਦੋਲਨ ਕਰਕੇ ਟ੍ਰੇਨਾਂ ਨਹੀਂ ਚੱਲ ਸਕੀਆਂ, ਟਰਾਂਸਪੋਰਟ ਨਹੀਂ ਚੱਲੀ, ਉਹਦੇ ਕਰਕੇ ਇੰਡਸਟਰੀ ਦਾ ਕਿੰਨਾ ਨੁਕਸਾਨ ਹੋਇਆ? ਕਿੰਨੀ ਇੰਡਸਟਰੀ ਬੰਦ ਹੋ ਗਈ, ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਵੀ ਇੰਡਸਟਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਦੋਂ ਕਿ ਅਕਾਲੀ ਬੀਜੇਪੀ ਦੀ ਚਾਹੇ ਸਰਕਾਰ ਸੀ ਤੇ ਚਾਹੇ ਸਰਕਾਰ ਸੀ ਕਾਂਗਰਸ ਦੀ। ਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੰਡਸਟਰੀ ਨਹੀਂ ਰਹੇਗੀ ਤੇ ਏਮਪਲੋਇਮੈਂਟ ਕਿੱਥੋਂ ਆਏਗਾ? ਜੇ ਏਮਪਲੋਇਮੈਂਟ ਨਹੀਂ ਆਏਗਾ ਤੇ ਸਾਡਾ ਯੂਥ ਇੱਥੇ ਪੰਜਾਬ ਦੇ ਵਿੱਚ ਕਿਉਂ ਰਹੇਗਾ? ਦੇਖੀਏ, ਜਿਹੜਾ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੀ ਲੀਡਰਸ਼ਿਪ ਫੇਲ ਹੋਈ ਹੈ, ਇਹਦੇ ਬਾਰੇ ਤਿੰਨਾਂ ਕਾਨੂੰਨਾਂ ਬਾਰੇ ਵਾਈਸ ਚਾਂਸਲਰ ਜਿਹੜੇ ਸਰਦਾਰ ਸਿੰਘ ਜੌਹਲ ਬਹੁਤ ਵੱਡੇ ਅਰਥ ਸ਼ਾਸਤਰੀ ਨੇ, ਜਿਹੜੇ ਐਗਰੀਕਲਚਰ ਇਕਨੋਮਿਕਸ ਨੂੰ ਸਮਝਦੇ ਨੇ, ਉਹਨਾਂ ਨੇ ਵੱਡੇ ਵੱਡੇ ਲੇਖ ਲਿਖੇ ਵੀ ਇਹ ਕਾਨੂੰਨਾਂ ਦਾ ਬਹੁਤ ਫਾਇਦਾ ਹੈ ਔਰ ਇਹ ਹੋਣੇ ਚਾਹੀਦੇ ਨੇ। ਉਹਨਾਂ ਨੂੰ ਕਿਸੇ ਨੇ ਨਹੀਂ ਸਮਝਿਆ। ਸਰਦਾਰ ਮਨਮੋਹਨ ਸਿੰਘ ਨੇ ਵਾਰ-ਵਾਰ ਪਾਰਲੀਮੈਂਟ 'ਚ ਕਿਹਾ ਵੀ ਹੋਣੇ ਚਾਹੀਦੇ ਸੀਗੇ, ਪਹਿਲਾਂ ਬੋਲ ਚੁੱਕੇ ਨੇ, ਕਈ ਵਾਰੀ ਤੇ ਬਹਿਸ ਹੋ ਚੁੱਕੀ ਪਹਿਲਾਂ ਪਾਰਲੀਮੈਂਟ ਵਿੱਚ, ਉਦੋਂ ਕਾਨੂੰਨ ਨਹੀਂ ਪਾਸ ਹੋ ਸਕੇ। ਜੇ ਸਰਦਾਰ ਮਨਮੋਹਨ ਸਿੰਘ ਨਹੀਂ ਸਮਝਾ ਸਕੇ, ਜੌਹਲ ਸਾਹਿਬ ਨਹੀਂ ਸਮਝਾ ਸਕੇ, ਬਹੁਤ ਸਾਰੀਆਂ ਅਖਬਾਰਾਂ ਨੇ ਇੱਥੇ ਐਡੀਟੋਰੀਅਲ ਲਿਖੇ ਨੇ, ਆਪਣੇ ਜਲੰਧਰ ਦੀ ਅਖਬਾਰਾਂ ਨੇ, ਅਜੀਤ ਨੇ ਵੱਡਾ ਆਰਟੀਕਲ ਲਿਖਿਆ, ਤੁਹਾਡੇ ਇੱਥੇ ਸਵੇਰਾ ਨੇ ਵੀ ਆਰਟੀਕਲ ਲਿਖੇ ਸੀ ਵੀ ਇਹ ਬਹੁਤ ਯੂਜ਼ਫੁਲ ਨੇ। ਕਿਸੇ ਵੇਲੇ ਲੋਕ ਸਮਝਣ ਨੂੰ ਤਿਆਰ ਨਹੀਂ ਹੁੰਦੇ, ਇਸ ਕਰਕੇ ਨਹੀਂ ਸਮਝ ਸਕੇ। ਬਾਕੀ ਜਦੋਂ ਅਸੀਂ ਕਹਿੰਦੇ ਟ੍ਰੇਨਸ ਬੰਦ ਹੋ ਗਈਆਂ, ਪੰਜਾਬ ਦਾ ਨੁਕਸਾਨ ਹੋਇਆ, ਇੰਡਸਟਰੀ ਬੰਦ ਹੋਈ, ਇਹਦੇ ਜ਼ਿੰਮੇਵਾਰ ਅਸੀਂ, ਜਿਹੜੇ ਸਾਡੇ ਲੀਡਰ ਨੇ ਸਾਰੇ ਜ਼ਿੰਮੇਵਾਰ ਹੈ, ਜਿਹੜੇ ਕਿਸਾਨ ਲੀਡਰ ਉਹ ਵੀ ਜ਼ਿੰਮੇਵਾਰ ਹੈ। ਅਲਟੀਮੇਟਲੀ ਤਾਂ ਪੰਜਾਬ ਦਾ ਨੁਕਸਾਨ ਹੋਇਆ। ਸਾਲ ਭਰ ਅਸੀਂ ਸਾਰਾ ਕੁਝ ਬੰਦ ਰੱਖਿਆ, ਇਨਵੈਸਟਮੈਂਟ ਕਿਵੇਂ ਆਉਣਗੀ? ਕੋਈ ਵੀ ਦੇਸ਼, ਕੋਈ ਵੀ ਸਟੇਟ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਉੱਤੇ ਇਨਵੈਸਟਮੈਂਟ ਨਹੀਂ ਹੁੰਦੀ। ਆਪਣੇ ਆਪ ਤਾਂ ਤਰੱਕੀ ਨਹੀਂ ਹੋਣੀ। ਬਾਹਰੋਂ ਜਿਹੜਾ ਆਏਗਾ ਉਹਨੂੰ ਅਸੀਂ ਘੇਰ ਕੇ ਬੈਠ ਜਾਂਦੇ, ਉਹਦੇ ਘਰ ਦੇ ਅੱਗੇ ਧਰਨਾ ਮਾਰ ਲੈਂਦੇ ਹਾਂ ਵੀ ਆਹ ਅਡਾਨੀ ਦੀ ਆ, ਇਹ ਅੰਬਾਨੀ ਦੀ ਆ, ਰਿਲਾਇੰਸ ਦੀ ਆ। ਜੇ ਅਸੀਂ ਇਸ ਤਰ੍ਹਾਂ ਹੀ ਕਰਦੇ ਰਹਾਂਗੇ ਤਾਂ ਪੰਜਾਬ ਬਹੁਤ ਪਿੱਛੇ ਚਲਾ ਜਾਏਗਾ ਔਰ ਬਹੁਤ ਪਿੱਛੇ ਜਾ ਚੁੱਕਾ ਹੈ। ਅੱਜ ਤੋਂ 1980 ਦੇ ਵਿੱਚ ਪੰਜਾਬ ਦਾ ਨੰਬਰ 1 ਸੂਬਾ ਹੁੰਦਾ ਸੀ ਪਰ ਕੈਪੀਟਲ ਇਨਕਮ ਦੇ ਵਿੱਚ, ਹੁਣ ਇਹ 16ਵੇਂ ਨੰਬਰ 'ਤੇ ਜਾ ਚੁੱਕਾ। ਔਰ ਗਰੋਥ ਜਿਹੜੀ ਆ ਪੰਜਾਬ ਦੀ ਸਭ ਤੋਂ ਪਿੱਛੇ ਆ। ਮੇਰਾ ਖਿਆਲ ਇੱਕ ਅੱਧਾ ਸੂਬਾ ਇਹ ਤੋਂ ਪਿੱਛੇ ਅੱਗੇ ਹੋਏਗਾ, ਬਾਕੀ ਸਾਰਿਆਂ ਤੋਂ ਪਿੱਛੇ ਹੈ। ਇਸ ਲਈ ਇਹ ਸਾਰੇ ਜਿਹੜੇ ਲੀਡਰ ਗੱਡੀਆਂ ਰੋਕਦੇ ਨੇ, ਸਾਰਾ ਕੁਝ ਰੋਕ ਕੇ ਬੰਦ ਕਰਦੇ ਨੇ, ਸਾਰਾ ਦੇਸ਼ ਇਸ ਲਈ ਪੰਜਾਬ ਸਟੇਟ ਜ਼ਿੰਮੇਵਾਰ ਬਣਦੀ ਆ। ਅਸੀਂ ਸਾਰੇ ਜ਼ਿੰਮੇਵਾਰ ਇਸ ਗੱਲ ਲਈ ਰਲ ਕੇ, ਕਿਉਂਕਿ ਅਸੀਂ ਪੰਜਾਬ ਨੂੰ ਜੇ ਅੱਗੇ ਲੈ ਕੇ ਜਾਣਾ ਤਾਂ ਅਗਾਂਹ ਦੀ ਸੋਚ ਵੀ ਰੱਖਣੀ ਪਏਗੀ। ਨਹੀਂ ਤਾਂ ਜੋ ਦੂਜੇ ਦੇਸ਼ ਅੱਗੇ ਨਿਕਲ ਗਏ, ਹਰਿਆਣਾ ਸਾਤੋਂ ਅੱਗੇ ਨਿਕਲ ਗਿਆ, ਹਿਮਾਚਲ ਅੱਗੇ ਨਿਕਲ ਗਿਆ, ਬਾਕੀ ਸਾਰੇ ਸੂਬੇ ਅੱਗੇ ਨਿਕਲ ਗਏ। ਵਿਕਾਸ ਤਾਂ ਇੱਕ ਮਾਹੌਲ ਪੈਦਾ ਕਰਨਾ ਹੋਏਗਾ ਜਿਹਦੇ ਵਿੱਚ ਇਨਵੈਸਟਮੈਂਟ ਆਵੇ, ਲੋਕੀ ਇੱਥੇ ਆ ਕੇ ਇਨਵੈਸਟ ਕਰਨ। ਬਾਕੀ ਤਾਂ ਚੀਫ ਮਿਨਿਸਟਰ ਜਾ ਕੇ ਤਰਲੇ ਮਾਰਦੇ ਨੇ ਵੱਡੇ ਇੰਡਸਟਰੀਲਿਸਟਾਂ ਦੇ, ਸਾਡੇ ਸਟੇਟ 'ਚ ਆ ਕੇ ਕੰਮ ਕਰੋ, ਸਾਡੇ ਸਟੇਟ 'ਚ ਤੁਸੀਂ ਇਨਵੈਸਟਮੈਂਟ ਕਰੋ, ਅਸੀਂ ਤੁਹਾਨੂੰ ਇਹ ਸਹੂਲਤਾਂ ਦੇਵਾਂਗੇ। ਅਸੀਂ ਧੱਕੇ ਮਾਰ ਕੇ ਕੱਢਾਂਗੇ ਤਾਂ ਫਿਰ ਇੱਥੇ ਇਨਵੈਸਟਮੈਂਟ ਨਹੀਂ ਆ ਸਕਦੀ। ਸੋਮ ਪ੍ਰਕਾਸ਼ ਜੀ, ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੈਮ ਹੋਇਆ ਸੀਗਾ ਜੀ ਪੰਜਾਬ ਦੇ ਵਿੱਚ। ਉਸ ਦੇ ਵਿੱਚ ਪੰਜਾਬ ਦੇ ਇੱਕ ਮਿਨਿਸਟਰ ਦਾ ਨਾਮ ਵੀ ਆਇਆ, ਇਨਕੁਆਇਰੀ ਵੀ ਹੋਈ, ਪਰ ਕੁਝ ਚੀਜ਼ਾਂ ਆਈ ਗਈ ਹੋ ਗਈਆਂ। ਬੀਜੇਪੀ ਦਾ ਕੀ ਟੇਕ ਹੈਗਾ ਉਸ ਤੇ? ਬੀਜੇਪੀ ਦੀ ਜੇ ਸਰਕਾਰ ਆਉਂਦੀ ਹੈ, ਕੀ ਉਹ ਚੀਜ਼ਾਂ ਰੀਓਪਨ ਹੋਣਗੀਆਂ? ਉਹ ਕੇਸ ਰੀਓਪਨ ਹੋਏਗਾ? ਦੇਖੋ, ਜਦੋਂ ਇਹ ਸਕੈਮ ਹੋਇਆ, ਮੈਂ ਸਭ ਤੋਂ ਟੇਕਅਪ ਮੈਂ ਕੀਤਾ ਸੀ ਸੈਂਟਰ ਗਵਰਨਮੈਂਟ ਨਾਲ। ਉਹਨਾਂ ਨੇ ਵੀ ਇੱਕ ਕਮੇਟੀ ਬਣਾਈ ਸੀ, 3 ਸੈਕਟਰੀਆਂ ਦੀ ਕਮੇਟੀ ਬਣਾਈ ਸੀ। ਫਿਰ ਇੱਥੇ ਵੀ ਪੰਜਾਬ ਸਰਕਾਰ ਨੇ ਵੀ ਕੋਆਪਰੇਟ ਨਹੀਂ ਕੀਤਾ, ਇਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰੀ। ਫਿਰ ਕੇਸ ਵੀ ਰਜਿਸਟਰ ਹੋਇਆ, ਇੱਕ ਵਿੱਚ ਵਿਚਾਲੇ ਰਿਹਾ, ਕੀਤਾ ਕੁਛ ਨਹੀਂ ਹੈ। ਜਿਹੜਾ ਸਕੈਮ ਕੀਤਾ, ਪਹਿਲਾਂ ਕਹਿੰਦੇ ਸੀ ਉਹਨੂੰ ਅਰੈਸਟ ਹੋਣਾ, ਉਹਨੂੰ ਤਾਂ ਕੇਸ ਦੂਜਾ, ਉਹਨੂੰ ਟਿਕਟ ਦੇ ਕੇ ਹੁਣ ਇਲੈਕਸ਼ਨ ਵੀ ਲੜ ਰਿਹਾ ਧਰਮਸੋਤ ਜੀ। ਸੋ ਇਹ ਜਿਹੇ ਕੇਸ ਜਦੋਂ ਅਸੀਂ, ਕੋਈ ਵੀ ਸਰਕਾਰ, ਚਾਹੇ ਬੀਜੇਪੀ ਦੀ ਹੋਵੇ ਜਾਂ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ, ਜੇ ਇਹੋ ਜਿਹੇ ਕਰਪਟ ਲੋਕਾਂ ਨੂੰ ਟੋਲਰੇਟ ਕਰੇਗੀ, ਜਾਂ ਸੋਸਾਇਟੀ ਐਜ ਏ ਹੋਲ ਜੇ ਕਰਪਟ ਲੋਕਾਂ ਨੂੰ ਟੋਲਰੇਟ ਕਰੇਗੀ, ਤਾਂ ਫਿਰ ਨਾ ਸਟੇਟ ਤਰੱਕੀ ਕਰ ਸਕਦਾ, ਨਾ ਕੋਈ ਹੋਰ ਤਰੱਕੀ ਕਰ ਸਕਦਾ। ਇਹੋ ਜਿਹੇ ਜਿਹੜਾ ਕਰਪਟ ਲੋਕੀ ਆ, ਉਹਨਾਂ ਨੂੰ ਤਾਂ ਦਰਕਾਰਨਾ ਪਏਗਾ। ਜੇ ਕੋਈ ਪਾਰਟੀ, ਮੈਂ ਕਹਿੰਦਾ ਸਾਡੀ ਪਾਰਟੀ ਹੋਵੇ, ਜੇ ਗਲਤ ਲੋਕਾਂ ਨੂੰ ਟਿਕਟਾਂ ਦੇਗੀ ਤਾਂ ਉਹਨੂੰ ਦਰਕਾਰਨਾ ਚਾਹੀਦਾ, ਉਹਨੂੰ ਪਿੱਛੇ ਛੱਡਣਾ ਚਾਹੀਦਾ, ਤਾਂ ਹੀ ਦੇਸ਼ ਤਰੱਕੀ ਕਰ ਸਕਦਾ। ਤੁਸੀਂ ਕਿਹਾ ਪਾਰਟੀ ਟਿਕਟਾਂ ਦੇਗੀ ਜਾਂ ਨਹੀਂ ਦੇਗੀ, ਇਸ ਤੋਂ ਇੱਕ ਪਰਸਨਲ ਸਵਾਲ ਹੈ ਜੀ। ਸੁਣਿਆ ਤੁਸੀਂ ਇਸ ਵਾਰੀ ਟਿਕਟ ਦਿਵਾਉਣਾ ਚਾਹੁੰਦੇ ਸੀਗੇ ਆਪਣੀ ਵਾਈਫ ਦੇ ਲਈ, ਪਰ ਟਿਕਟ ਵਿਜੇ ਸਾਂਪਲਾ ਹੋਣਾ ਨੂੰ ਚਲੇਗੀ। ਕੋਈ ਮਲਾਲ ਹੈਗਾ ਇਸ ਚੀਜ਼ ਦਾ? ਦੇਖੋ, ਕੋਈ ਮਲਾਲ ਨਹੀਂ ਹੈ, ਬਿਲਕੁਲ ਕੋਈ ਵੀ। ਮੇਰੇ ਮਨੋਂ ਤਾਂ ਬਿਲਕੁਲ ਮੈਂ ਵੈਰੀ ਹੈਪੀ ਵੀ ਟਿਕਟ ਜਿਹੜੀ ਮਿਲੀ ਹੈ, ਜਿਸ ਢੰਗ ਨਾਲ ਮਿਲੀ ਹੈ, ਆਈ ਐਮ ਹੈਪੀ ਓਵਰ ਦੈਟ।
ਹੂੰ ਔਰ ਮੇਰੇ ਵੱਲੋਂ ਕੋਈ ਐਸੀ ਨਹੀਂ ਵੀ ਇਹਨੂੰ ਟਿਕਟ ਮਿਲਣੀ ਚਾਹੀਦੀ ਹੈ, ਦੂਰ ਨਹੀਂ ਮਿਲਣੀ ਚਾਹੀਦੀ। ਸੋ ਨਹੀਂ ਮਿਲੀ ਤਾਂ ਅੱਛੀ ਗੱਲ ਹੈ। ਇਹ ਮੰਨਿਆ ਜਾਂਦਾ ਹਮੇਸ਼ਾ ਪੰਜਾਬ ਦੇ ਦੋ ਹੀ ਦਲਿਤ ਲੀਡਰ ਨੇ, ਇੱਕ ਸੋਮ ਪ੍ਰਕਾਸ਼ ਤੇ ਇੱਕ ਵਿਜੇ ਸਾਂਪਲਾ, ਕਹਿੰਦੇ ਦੋਨਾਂ 'ਚ ਹਮੇਸ਼ਾ ਬੜੀ ਰੇਸ ਲੱਗੀ ਰਹਿੰਦੀ ਹੈ ਕਿ ਪੰਜਾਬ ਦਾ ਕਿਹੜਾ ਇੱਕ ਦਲਿਤ ਲੀਡਰ ਹੈਗਾ ਵੱਡਾ। ਇਹ ਇਸ ਚੀਜ਼ 'ਚ ਕਿੰਨੀ ਸੱਚਾਈ ਹੈ? ਇਹ ਇੱਕ ਖੁੰਡ ਚਰਚਾ ਦਾ ਹਿੱਸਾ ਹੈ। ਇਹ ਤੁਸੀਂ ਅੱਜ ਤੁਹਾਨੂੰ ਸਵਾਲ ਹੋਇਆ, ਤੁਸੀਂ ਇਹਦਾ ਥੋੜਾ ਕਲੀਅਰ ਕਰੋ। ਮੈਂ ਬਿਲਕੁਲ ਕਲੀਅਰ, ਵਿਜੇ ਸਾਂਪਲਾ ਜੀ ਬੜੇ ਲੀਡਰ ਨੇ, ਮੇਰੇ ਤੋਂ ਬਹੁਤ ਵੱਡੇ ਨੇ, ਕੱਦ ਵੀ ਉਹਦਾ ਵੱਡਾ ਹੈ, ਸਿਆਣੇ ਵੀ ਬਹੁਤ ਨੇ, ਮੈਂ ਉਹਨਾਂ ਨੂੰ ਵੱਡਾ ਮੰਨਦਾ ਜੀ। ਬਾਕੀ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੈਂ ਕਰਨੀ, ਜਿਹੜੀ ਉਹਨਾਂ ਨੂੰ ਦਿੱਤੀ ਉਹਨਾਂ ਨੇ ਕਰਨੀ ਹੈ। ਇਹ 'ਚ ਵੱਡੇ ਛੋਟੇ ਦਾ ਕੀ ਸਵਾਲ ਹੈ? ਜੇ ਮੈਨੂੰ ਕਹਿਣਗੇ ਤੂੰ ਆਹ ਕੰਮ ਕਰ ਲੈ, ਮੈਂ ਉਹ ਕਰਤਾ। ਉਹਨਾਂ ਨੇ ਮੈਨੂੰ ਕਿਹਾ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ, ਮੈਂ ਲੜ ਲਈ। ਉਹਨਾਂ ਨੂੰ ਹੁਣ ਕਿਹਾ ਤੂੰ MLA ਦੀ ਇਲੈਕਸ਼ਨ ਲੜਨੀ, MLA ਦੀ ਲੜ ਰਹੇ ਨੇ। ਇਹ 'ਚ ਵੱਡੇ ਛੋਟੇ ਦਾ ਕੋਈ ਸਵਾਲ ਨਹੀਂ। ਪਾਰਟੀ ਬਹੁਤ ਵੱਡੀ ਹੈ, ਕੋਈ ਵੀ ਕਿਸੇ ਨੂੰ ਰੋਲ ਦਿੱਤਾ ਜਾ ਸਕਦਾ। ਇਹ ਸਵਾਲ ਤੁਹਾਨੂੰ ਇਸ ਲਈ ਕੀਤਾ ਕਿਉਂਕਿ ਕਈ ਵਾਰੀ ਇਹ ਸਵਾਲ ਨਾ ਪਹੁੰਚ ਨਹੀਂ ਪਾਉਂਦੇ ਲੀਡਰਾਂ ਤੱਕ ਕਿ ਥੱਲੇ ਚਰਚਾ ਕੀ ਹੁੰਦੀ ਹੈ ਸਾਨੂੰ ਲੈ ਕੇ। ਪਿੱਛੇ ਜੇ ਜਦੋਂ ਇਹ ਸਵਾਲ ਹੋਇਆ, ਇਹ ਬਿਆਨ ਆਇਆ ਕਿ ਪੰਜਾਬ ਦਾ CM ਕੋਈ ਦਲਿਤ ਬਣਾ ਸਕਦੀ ਹੈ BJP, ਅਨੁਸੂਚਿਤ ਜਾਤੀਆਂ ਤੋਂ ਕਿਸੇ ਨੂੰ ਬਣਾਇਆ ਜਾ ਸਕਦਾ। ਉਸ ਸਮੇਂ ਵੀ BJP ਵੱਲੋਂ ਦੋ ਲੀਡਰਾਂ ਦੇ ਨਾਮ ਚੱਲੇ ਵੀ ਜੇ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ ਤੇ ਸ਼ਾਇਦ CM ਕੈਂਡੀਡੇਟ ਸੋਮ ਪ੍ਰਕਾਸ਼ ਹੋ ਸਕਦੇ ਨੇ ਜਾਂ CM ਕੈਂਡੀਡੇਟ ਵਿਜੇ ਸਾਂਪਲਾ ਹੋ ਸਕਦੇ ਨੇ। ਇਹ ਚਰਚਾਵਾਂ ਤੁਹਾਡੇ ਤੱਕ ਪਹੁੰਚੀਆਂ ਕਿਤੇ? ਦੇਖੋ, CM ਕੈਂਡੀਡੇਟ ਕੌਣ ਹੋ ਸਕਦਾ ਇਹ ਤਾਂ ਫੈਸਲਾ ਸਰਕਾਰ ਪਾਰਟੀ ਨੇ ਕਰਨਾ ਹੁੰਦਾ। ਇਹ ਆਪਣੇ ਆਪ ਨਹੀਂ ਸੋਮ ਪ੍ਰਕਾਸ਼ ਦਾ ਫੈਸਲਾ ਕਰਦਾ ਮੈਂ CM ਬਣਨਾ, ਨਾ ਵਿਜੇ ਸਾਂਪਲਾ ਕਰ ਸਕਦਾ। ਪਾਰਟੀ ਦਾ ਨੀਤੀ ਦਾ ਫੈਸਲਾ ਹੈ। ਤੁਹਾਡੇ ਪਾਰਟੀ ਦੇ ਲੀਡਰਾਂ ਨੇ ਗੱਲ ਉਡਾਈ ਇਹ ਵਾਲੀ। ਉਹ ਇੰਡੀਵਿਜੂਅਲ ਫੈਸਲੇ ਕੋਈ ਹੋਰ ਚੀਜ਼ ਨੇ, ਕੋਈ ਬੰਦਾ ਸਟੇਟਮੈਂਟ ਦੇ ਦੇ, ਉਹਦਾ ਇੰਡੀਵਿਜੂਅਲ ਸਟੇਟਮੈਂਟ ਹੋ ਸਕਦੀ ਆ। ਪਾਰਟੀ ਜਦੋਂ ਕੋਈ ਫੈਸਲਾ ਕਰੇਗੀ ਕਿਸ ਤਰ੍ਹਾਂ ਦਾ CM ਬਣਾਉਣਾ, ਕੌਣ ਬਣੇਗਾ CM, ਉਹ ਪਾਰਟੀ ਫੈਸਲਾ ਕਰਦੀ। ਪਾਰਲੀਮੈਂਟਰੀ ਬੋਰਡ ਹੈ, ਉਹ ਬੈਠ ਕੇ ਉਹ ਫੈਸਲਾ ਕਰਦਾ, ਫਿਰ ਉਹ ਪ੍ਰਵਾਨਿਤ ਫੈਸਲਾ ਹੁੰਦਾ। ਬਾਕੀ ਦਾ ਇੱਕ ਰਾਏ ਹੈ, ਪਾਰਟੀ 'ਚ ਹਰ ਤਰ੍ਹਾਂ ਦੀ ਰਾਏ ਵੀ ਹੋ ਸਕਦੀ ਹੈ। ਕੋਈ ਕਹਿੰਦਾ CM ਜੱਟ ਹੋਣਾ ਚਾਹੀਦਾ, ਕੋਈ ਕਹਿੰਦਾ ਬ੍ਰਾਹਮਣ ਹੋਣਾ ਚਾਹੀਦਾ, ਕੋਈ ਕਹਿ ਸਕਦਾ SC ਹੋਣਾ ਚਾਹੀਦਾ। ਆਪਣੀ ਆਪਣੀ ਸੋਚ ਹੈ, ਇਹਦੇ ਬਾਰੇ ਇਹਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੈ। ਤੁਹਾਡੇ ਤੋਂ ਪਹਿਲੇ ਰਾਘਵ ਚੱਡਾ ਇੱਥੇ ਬੈਠੇ ਸੀਗੇ ਜੀ। ਰਾਘਵ ਚੱਡਾ ਕਹਿੰਦੇ ਕਿ ਜਿੰਨੇ ਸਰਵੇ ਆ ਰਿਹਾ ਨਾ BJP ਕਿਸੇ ਸਰਵੇ ਦੇ ਵਿੱਚ ਹੈ, ਨਾ BJP ਜ਼ਮੀਨ ਦੇ ਵਿੱਚ ਹੈ, ਨਾ BJP ਫਾਈਟ ਦੇ ਵਿੱਚ ਹੈਗੀ ਕਿਸੇ ਇਲੈਕਸ਼ਨ ਦੇ। ਅੱਛਾ, ਇਹਦਾ ਲੋਕਾਂ ਨੇ ਫੈਸਲਾ ਕਰਨਾ, ਰਾਘਵ ਚੱਡਾ ਨੇ ਥੋੜ੍ਹਾ ਫੈਸਲਾ ਕਰਨਾ। ਰਾਘਵ ਚੱਡਾ ਦਾ ਪਿਛਲੇ ਵਾਰੀ 100 ਸੀਟਾਂ ਲੈ ਕੇ ਬੈਠੇ ਸੀਗੇ, ਉਹ 20 ਤੇ ਰਹਿ ਗਏ ਸੀਗੇ, 20 ਚੋਂ 10 ਛੱਡ ਕੇ ਭੱਜ ਗਏ ਉਹਨਾਂ ਦੇ। ਇਹ ਫੈਸਲਾ ਲੋਕਾਂ ਨੇ ਕਰਨਾ, ਲੋਕਾਂ ਦੀ ਕਚਹਿਰੀ 'ਚ ਫੈਸਲਾ ਹੋਣਾ। ਚਲੋ ਲੈਟ ਅਸ ਸੀ, ਹੁਣ ਤਾਂ ਵੋਟਾਂ ਨੇੜੇ ਆ ਗਈਆਂ। ਆਸ਼ਾਵਾਦੀ ਲੀਡਰ ਹੋ ਤੁਸੀਂ? ਬਿਲਕੁਲ ਆਸ਼ਾਵਾਦੀ ਹੋਣਾ ਚਾਹੀਦਾ ਹੈ, ਨਿਰਾਸ਼ਾਵਾਦੀ ਤਾਂ ਹੋ ਕੇ ਤਾਂ ਸਰਦਾ ਨਹੀਂ ਹੈ। ਤੁਸੀਂ ਇੰਡਸਟਰੀ ਐਂਡ ਕਾਮਰਸ ਦੇ ਸਟੇਟ ਮਿਨਿਸਟਰ ਹੋ। ਪੰਜਾਬ ਦੇ ਵਿੱਚ ਇੰਡਸਟਰੀ ਦੀ ਮੌਜੂਦਾ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕੀ ਸੋਮ ਪ੍ਰਕਾਸ਼ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਲੈ ਕੇ ਆਉਣ ਦੀ ਪਲੈਨਿੰਗ ਦੇ ਵਿੱਚ ਹੈਗੇ ਆ? ਪੰਜਾਬ ਦੇ ਵਿੱਚ ਕੋਈ ਵੱਡੀ ਇੰਡਸਟਰੀ ਆ ਸਕਦੀ ਹੈ ਕੱਲ੍ਹ ਨੂੰ ਵਾਇਆ ਸੋਮ ਪ੍ਰਕਾਸ਼? ਦੇਖੋ, ਇੰਡਸਟਰੀ ਜਿਹੜੀ ਹੈ ਇੱਕ ਸਟੇਟ ਸਬਜੈਕਟ ਹੈ, ਸਟੇਟ ਦੀ ਜ਼ਿੰਮੇਵਾਰੀ ਹੈ ਇੰਡਸਟਰੀ ਨੂੰ ਲੈਣਾ। ਔਰ ਉਹਨਾਂ ਭਾਈ ਸਾਹਿਬ ਨੇ ਸਵਾਲ ਕੀਤਾ ਜੀ ਇੰਡਸਟਰੀ ਪੰਜਾਬ 'ਚੋਂ ਜਾ ਰਹੀ ਹੈ, ਈਜ਼ ਆਫ ਡੂਇੰਗ ਬਿਜ਼ਨਸ ਹੈ। ਅਸੀਂ ਇੱਕ ਐਸਾ ਮਾਹੌਲ ਕਰੀਏ, ਪੈਦਾ ਕਰੀਏ ਜਿਸ 'ਚ ਇੰਡਸਟਰੀ ਇੱਥੇ ਆਪਣੇ ਆਪ ਲੱਗੇ। ਜੇ ਤਾਂ ਇੱਥੇ ਲੱਗਣਗੇ ਧਰਨੇ, ਇੰਡਸਟਰੀ ਨਹੀਂ ਆਏਗੀ। ਜੇ ਅਸੀਂ ਟ੍ਰੇਨਾਂ ਰੋਕਾਂਗੇ, ਇੰਡਸਟਰੀ ਨਹੀਂ ਲੱਗੇਗੀ। ਜੇ ਰੋਜ਼ ਬੰਦ ਹੋਣਗੇ ਫਿਰ ਇੰਡਸਟਰੀ ਨਹੀਂ ਲੱਗੀ। ਕੌਣ ਆ ਕੇ ਇਨਵੈਸਟ ਕਰੇਗਾ ਇੱਥੇ? ਇਨਵੈਸਟ ਤਾਂ ਵੱਡੇ ਲੋਕਾਂ ਨੇ ਕਰਨੇ, ਜਿਹਨਾਂ ਕਿ ਜਿਹੜੇ ਵੱਡੇ ਬਿਜ਼ਨਸਮੈਨ ਹੈ, ਵੱਡੇ ਇੰਡਸਟਰੀਲਿਸਟ ਹੈ, ਉਹਨਾਂ ਨੇ ਇੰਡਸਟਰੀ ਇੱਥੇ ਆ ਕੇ ਲਾਣੀ ਆ। ਜੇ ਉਹਨਾਂ ਗਰੁੱਪਾਂ ਨੂੰ ਅਸੀਂ ਧੱਕੇ ਮਾਰਾਂਗੇ, ਰੋਜ਼ ਦੀ ਬੰਦ ਕਰਾਂਗੇ, ਇੱਥੇ ਪਤਾ ਹੀ ਨਾ ਹੋਵੇ ਅੱਜ ਗੱਡੀ ਟ੍ਰੇਨ ਜਾਣੀ ਹੈ ਕਿ ਟ੍ਰੇਨ ਰੁਕਣੀ ਆ, ਮਾਲ ਕਿਹਦਾ ਪਹੁੰਚੇਗਾ ਕਿ ਨਹੀਂ ਪਹੁੰਚੇਗਾ। ਇਸ ਕਰਕੇ ਸਭ ਤੋਂ ਜ਼ਰੂਰੀ ਆ ਪੰਜਾਬ 'ਚ ਜੇ ਅਸੀਂ ਇੰਡਸਟਰੀ ਲਾਣੀ। ਸੋਮ ਪ੍ਰਕਾਸ਼ ਦੀ ਇੰਡਸਟਰੀ ਕੁਛ ਨਹੀਂ ਕਰ ਸਕਦਾ, ਸਰਕਾਰ ਕੁਛ ਨਹੀਂ ਕਰ ਸਕਦੀ ਜਦ ਤੱਕ ਪੀਸਫੁਲ ਐਟਮੋਸਫੀਅਰ ਨਹੀਂ ਹੁੰਦਾ, ਜਦ ਤੱਕ ਅਸੀਂ ਐਸਾ ਮਾਹੌਲ ਤਿਆਰ ਨਹੀਂ ਕਰਦੇ। ਦੇਖੋ, ਈਜ਼ ਆਫ ਡੂਇੰਗ ਬਿਜ਼ਨਸ ਇਹ ਹੁੰਦਾ ਵੀ ਐਪਲੀਕੇਸ਼ਨ ਕਿਸੇ ਦਿੱਤੀ ਇੰਡਸਟਰੀ ਲਾਉਣ ਲਈ, ਉਹਦੇ ਲਾਇਸੈਂਸ ਜਿਹੜੇ ਮਿਲਦੇ ਆ ਉਹ ਸਿੰਗਲ ਵਿੰਡੋ ਸਿਸਟਮ 'ਤੇ ਬਣ ਜਾਣ। ਉਹਦੇ ਲਈ ਸਟੇਟਾਂ ਪੰਜਾਬ ਵੀ ਕੋਸ਼ਿਸ਼ ਕਰ ਰਹੀ ਆ ਜਲਦੀ ਕਲੀਅਰੈਂਸ ਹੋਣ। ਔਰ ਇੱਥੇ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਇੱਕ ਮਾਹੌਲ, ਸ਼ਾਂਤਮਈ ਮਾਹੌਲ ਹੋਵੇ। ਉਹਨਾਂ ਨੂੰ ਲੱਗੇ ਵੇ ਪੰਜਾਬ 'ਚ ਜਾਵਾਂਗੇ ਸਾਡਾ ਵੈਲਕਮ ਹੋਏਗਾ, ਨਾ ਕਿ ਸਾਨੂੰ ਧੱਕੇ ਪੈਣਗੇ। ਜਦ ਤੱਕ ਇਹੋ ਜਿਹਾ ਮਾਹੌਲ ਨਹੀਂ ਬਣਦਾ, ਸੋਮ ਪ੍ਰਕਾਸ਼ ਇੰਡਸਟਰੀ 'ਚ ਲੱਗਿਆ ਹੋਵੇ ਜਾਂ ਕੋਈ ਹੋਰ ਲੱਗਿਆ ਹੋਵੇ, ਇੰਡਸਟਰੀ ਨਹੀਂ ਲੱਗੇਗੀ। ਜਦ ਤੱਕ ਇੱਥੇ ਮਾਹੌਲ ਵਧੀਆ ਬਣੇਗਾ ਫਿਰ ਇੰਡਸਟਰੀ ਲੱਗੇਗੀ, ਫਿਰ ਲੱਗੇਗੀ। ਅਸੀਂ ਇੱਕ ਆਖਰੀ ਸਵਾਲ ਆਡੀਅנס ਚੋਂ ਲੈ ਲਈਏ। ਸੋਮ ਪ੍ਰਕਾਸ਼ ਜੀ, ਇੱਕ ਛੋਟਾ ਜਿਹਾ ਸਵਾਲ। ਜਦੋਂ ਮੈਂ ਆਪਣੇ ਪਮਿਲ ਭਾਟੀਆ ਜੀ ਤੁਹਾਡੇ ਨਾਲ ਗੱਲ ਕਰ ਰਹੇ ਸੀ ਤੇ ਸੋਮ ਪ੍ਰਕਾਸ਼ ਜੀ ਦੀ ਤੇ ਵਿਜੇ ਸਾਂਪਲਾ ਜੀ ਦੇ ਵਿੱਚ ਕੰਪੀਟੀਸ਼ਨ ਤੇ ਰੇਸ ਦੀ ਗੱਲ ਚੱਲ ਰਹੀ ਸੀ, ਉਹਦੇ ਨਾਲ ਇੱਕ ਜੁੜਿਆ ਸਵਾਲ ਇਹ ਹੈ ਕਿ ਜਦੋਂ ਵਿਜੇ ਸਾਂਪਲਾ ਜੀ ਸੈਂਟਰ 'ਚ ਮਿਨਿਸਟਰ ਸੀ ਸਟੇਟ ਦੇ,
ਤੇ ਉਦੋਂ ਉਹਨਾਂ ਹੁਸ਼ਿਆਰਪੁਰ ਤੋਂ ਉਹਨਾਂ ਨੇ ਲੜਿਆ, ਉਸ ਤੋਂ ਬਾਅਦ ਉਹਨਾਂ ਦੀ ਟਿਕਟ ਤੁਸੀਂ ਕਟਵਾਤੇ। ਕਟਵਾ ਜਿਹੜਾ ਮੈਂ ਥੋੜਾ ਕੱਟਣ ਵਾਲਾ। ਫਿਰ ਪਹਿਲੀ ਗੱਲ ਸੁਣੋ ਮੇਰੀ ਗੱਲ। ਉਹਨਾਂ ਨੇ ਤੁਹਾਡੇ ਮਿਸਿਸ ਦੀ ਟਿਕਟ ਕਟਾ ਕੇ ਉਹ ਕਹਿੰਦੇ ਬਦਲਾ ਲੈ ਲਿਆ, ਇਹ ਚਰਚਾ ਵੀ ਚੱਲਦੀ ਹੈਗੀ ਹੈ, ਇਹ ਕੀ ਸਹੀ ਹੈਗਾ? ਇਹ ਤੁਹਾਡਾ ਕਿਵੇਂ ਗਲਤ ਸਵਾਲ ਹੈ। ਪਹਿਲੀ ਗੱਲ ਤਾਂ ਟਿਕਟ ਕੋਈ ਕਿਸੇ ਦੀ ਕੱਟ ਨਹੀਂ ਸਕਦਾ ਹੈ। ਮੈਨੂੰ ਪਾਰਟੀ ਨੇ ਕਿਹਾ ਤੁਸੀਂ ਟਿਕਟ 'ਤੇ ਇਲੈਕਸ਼ਨ ਲੜਨੀ ਹੈ, ਮੈਂ ਲੜ ਲਈ। ਉਹਨਾਂ ਨੇ ਉੱਥੇ ਲੜ ਲਈ, ਤੁਸੀਂ ਕਹਿੰਦੇ ਹੋ ਉੱਥੋਂ ਉਹਨਾਂ ਦੀ ਬਦਲਾ ਲੈ ਲਿਆ। ਬਦਲਾ ਕੋਈ ਬਦਲਾ ਨਹੀਂ ਹੁੰਦਾ ਹੈ। ਇਹ ਤਾਂ ਸਿਰਫ ਜੋ ਠੀਕ ਹੈ ਉਹਦੇ ਮੁਤਾਬਕ ਫੈਸਲਾ ਕੀਤਾ ਹੈ। ਹਾਂਜੀ, ਆਖਿਰ ਦੇ ਵਿੱਚ ਆਖਰੀ ਸਵਾਲ, ਬੀਜੇਪੀ ਦੇ ਲਈ ਮੋਦੀ ਫੈਕਟਰ ਫਾਇਦੇਮੰਦ ਰਹਿ ਸਕਦਾ? ਹੁਣ ਸਹੀ ਦੱਸਿਓ, ਕਿਉਂਕਿ ਥੋੜ੍ਹੇ ਦਿਨ ਰਹਿ ਗਏ ਆ, 9-10 ਦਿਨਾਂ ਨੂੰ ਇਲੈਕਸ਼ਨ ਹੈਗੇ ਆ। ਪ੍ਰਧਾਨ ਮੰਤਰੀ ਹੁਣ ਪੰਜਾਬ ਦੇ ਵਿੱਚ ਆ ਰਿਹਾ, ਕੀ ਬੀਜੇਪੀ ਦੇ ਲਈ ਮਾਹੌਲ ਬਦਲ ਸਕਦਾ, ਫਿਜ਼ਾ ਬਦਲ ਸਕਦੀ ਪੰਜਾਬ ਦੇ ਵਿੱਚ? ਮੋਦੀ ਜੀ ਦਾ ਆਉਣਾ ਬਹੁਤ ਸੁਖਦ ਹੈ, ਬਹੁਤ ਇਹਦਾ ਫਾਇਦਾ ਹੋਏਗਾ ਔਰ ਬੜਾ ਬਲ ਮਿਲੇਗਾ। ਲੋਕੀ ਸਾਰੇ ਉਤਸ਼ਾਹਿਤ ਹੋਣਗੇ ਔਰ ਵੋਟਰ 'ਤੇ ਬਹੁਤ ਵੱਡਾ ਇਫੈਕਟ ਹੋਏਗਾ। ਇਹ ਉਹਨਾਂ ਦਾ ਆਉਣਾ ਬਹੁਤ ਹੀ ਚੰਗਾ ਹੋਏਗਾ। ਆਸਵੰਦ ਹੈ ਬੀਜੇਪੀ? ਬਿਲਕੁਲ ਆਸਵੰਦ ਹੈ ਜੀ। ਬਹੁਤ ਧੰਨਵਾਦ ਸੋਮ ਪ੍ਰਕਾਸ਼ ਜੀ, ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਬਹੁਤ ਮਿਹਰਬਾਨੀ। ਇੱਕ ਜਿਹੜਾ ਉਹ ਸਵਾਲ ਭਾਈ ਸਾਹਿਬ ਪੁੱਛ ਰਹੇ ਸੀ ਵਿਜੇ ਸਾਂਪਲਾ ਤੇ ਦੂਜੇ ਮੇਰੇ ਬਾਰੇ, ਮੈਂ ਇੱਕ ਸਪਸ਼ਟ ਤੌਰ ਤੇ ਦੱਸ ਦਿਓ, ਵਿਜੇ ਸਾਂਪਲਾ ਵਾਲੀ ਨਾਰਾਜ਼ਗੀ ਰਹਿ ਨਾ ਜਾਏ ਵਾਪਸ। ਨਹੀਂ, ਮੈਂ ਸਪਸ਼ਟ ਕਰਨਾ ਚਾਹੁੰਦਾ। ਦੇਖੋ, ਇੱਕ ਬਹੁਤ ਵੱਡੀ ਪਾਰਟੀ ਹੈ ਇਹ, ਹਰ ਇੱਕ ਦਾ ਆਪਣਾ ਰੋਲ ਹੈ। ਉਹਨਾਂ ਨੇ ਇਲੈਕਸ਼ਨ ਲੜ ਰਹੇ ਨੇ, ਮੈਂ ਉਹਦੀ ਪ੍ਰਪੋਜ਼ ਮੈਂ ਕੀਤਾ ਉਹਨਾਂ ਦਾ ਨਾਂ। ਵਿਜੇ ਸਾਂਪਲਾ ਅੱਜ ਕੱਲ੍ਹ ਡੋਰ ਟੂ ਡੋਰ ਕੈਂਪੇਨ ਕਰ ਰਹੇ, ਸੋਮ ਪ੍ਰਕਾਸ਼ ਜੀ ਨਜ਼ਰ ਨਹੀਂ ਆਉਂਦੇ ਨਾਲ। ਮੈਂ ਦੇਖੋ ਉਹਦੀ ਇਲੈਕਸ਼ਨ ਮੈਂ ਪ੍ਰਪੋਜ਼ ਕੀਤਾ, ਪ੍ਰੈਸ ਕਾਨਫਰੰਸ ਅਸੀਂ ਇਕੱਠਿਆਂ ਕੀਤੀ ਹੈ। ਜਿੱਥੇ ਉਹ ਕਹਿਣਗੇ, ਦੇਖੋ 9 ਹਲਕੇ ਮੇਰੇ ਵਿੱਚ ਹਲਕੇ ਨੇ, ਉਹਨਾਂ ਨੂੰ ਇੱਕ ਦਿਨ ਜਾਂ ਡੇਢ ਦਿਨ ਉਹਨਾਂ ਨੂੰ ਮਿਲਦਾ। ਵੈਸੇ ਤੁਹਾਨੂੰ ਲੱਗਦਾ ਕਿ ਵਿਜੇ ਸਾਂਪਲਾ ਜਿੱਤ ਜਾਣਗੇ? ਬਿਲਕੁਲ ਜਿੱਤਣੀ ਚਾਹੀਦੀ ਹੈ, ਜਿੱਤਣਗੇ। ਹਾਂਜੀ, ਬਹੁਤ ਧੰਨਵਾਦ ਸੋਮ ਪ੍ਰਕਾਸ਼ ਜੀ ਟਾਈਮ ਦੇਣ ਦੇ ਲਈ। ਸੋ ਇਹ ਸਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼। ਆਸਵੰਦ ਨੇ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਬਾਅਦ ਬੀਜੇਪੀ ਦੇ ਲਈ ਸਿਚੁਏਸ਼ਨ ਬੈਟਰ ਹੋਏਗੀ, ਮਾਹੌਲ ਸੁਖਾਵਾਂ ਹੋਏਗਾ। ਹਾਲਾਂਕਿ ਜਿੱਤ ਦਾ ਦਾਅਵਾ ਕਰ ਰਹੇ ਨੇ, ਸਥਿਤੀ ਆਪਣੇ ਢੰਗ ਦੇ ਨਾਲ ਲੋਕ ਅੰਕਲਨ ਕਰਨਗੇ। ਫੈਸਲਾ ਵੋਟਾਂ ਨੇ ਕਰਨਾ ਹੈ ਕਿ ਜਦੋਂ EVM ਖੁੱਲਣਗੀਆਂ ਕਿਸ ਦੀ ਕਿਸਮਤ ਖੁੱਲੇਗੀ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।